ਸਤਨਾਮ ਵਾਹਿਗੁਰੂ ਸਾਹਿਬ ਜੀ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੇ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਆਗੈ ਦੁਖ ਨਾ ਲਾਗੈ। ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਐ ਭਉ ਭਾਗੈ। ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰੈ ਪਰਵਾਣੋ। ਸਤਿਗੁਰ ਮਿਲਿਆ ਉਲਟੀ ਭਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਸਰਵਰੇ ਕਾਇਨਾਤ ਵਾਲੀਏ ਕੁਲ ਆਲਮ। ਚਵਰ ਛਤਰ ਤਖਤ ਦੇ ਮਾਲਕ, ਰੱਬੀ ਗਿਆਨ ਦੇ ਸਾਗਰ, ਸਰਬ ਸਾਂਝੀ ਵਾਲਤਾ ਦੇ ਮੁਜੱਸਮੇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਵਾਸਤੇ ਗੁਰੂ ਸੰਗਤ ਦੀ ਜੁਗਤ ਦੁਆਰਾ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ, ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਕਾਰਯੋਗ ਸੰਤ ਅਮਰੀਕ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਘਰ ਦੇ ਅਨੰਨ ਸੇਵਕ, ਨਾਮ ਬਾਣੀ ਦੇ ਰਸੀਏ, ਸਿੱਖ ਕੌਮ ਦੇ ਅਣਖੀ ਜਰਨੈਲ, ਸਿਰਲੱਥ ਯੋਧੇ, ਅਮਰ ਸ਼ਹੀਦ
ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਸਹਿਤ ਮਨਾਉਂਦਿਆਂ ਇਹ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਦਾਸ ਤੋਂ ਪਹਿਲਾਂ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਹਨ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਾਸ ਜੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਪਿਆਰ ਸਹਿਤ ਅਦਬ ਸਹਿਤ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੀ ਸ਼ਖਸੀਅਤ ਬਹੁ ਪੱਖੀ ਹੈ, ਉਹਨਾਂ ਨੇ ਆਪਣੀ ਤਕਰੀਬਨ 75 ਸਾਲ ਦੀ ਜੋ ਜਗਤ ਫੇਰੀ ਹੈ, ਸਰੀਰਕ ਕੁੱਲ ਉਮਰ ਹੈ, ਉਸ ਦੌਰਾਨ ਜਿੱਥੇ ਪਿਤਾ ਪੁਰਖੀ ਜ਼ਿਮੀਂਦਾਰ ਘਰਾਣੇ ਨਾਲ ਸੰਬੰਧਿਤ ਹੋਣ ਦੇ ਕਾਰਨ ਕਿਰਤ ਕਰਦਿਆਂ, ਨਾਮ ਜਪਦਿਆਂ ਅਤੇ ਜੋ ਕੁਝ ਕਿਰਤ ਦੁਆਰਾ ਜਾਂ ਨਾਮ ਸਿਮਰਨ ਦੇ ਦੁਆਰਾ ਪ੍ਰਾਪਤ ਹੋਇਆ, ਉਸ ਨੂੰ ਦੂਸਰਿਆਂ ਦੇ ਨਾਲ ਵੰਡਦਿਆਂ, ਸ਼ੇਅਰ ਕਰਦਿਆਂ ਸਰਬੱਤ ਦੇ ਭਲੇ ਲਈ ਇੱਕ ਆਦਰਸ਼ ਜੀਵਨ ਜਿਹੜਾ ਹੈ ਉਹਨਾਂ ਨੇ ਜੀਵਿਆ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉੱਥੇ ਘੋੜ ਸਵਾਰੀ, ਸ਼ਸਤਰ ਵਿਦਿਆ ਦੇ ਅਭਿਆਸ ਅਤੇ ਨਾਲ ਦੀ ਨਾਲ ਸੇਵਾ ਤੇ ਸਿਮਰਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦ੍ਰਿੜ ਕਰਕੇ ਸਰੀਰਕ ਪੱਖ ਅਤੇ ਆਤਮਿਕ ਪੱਖ ਦੋਵੇਂ ਸਫਲੇ ਬਣਾਉਣ ਲਈ ਗੁਰੂ ਕੀ ਬਾਣੀ ਦੇ ਸਿਧਾਂਤ ਨੂੰ ਸਮਝਿਆ, ਆਪਣੇ ਜੀਵਨ ਵਿੱਚ ਧਾਰਨ ਕੀਤਾ ਅਤੇ ਬਹੁਤ ਲੰਮਾ ਸਮਾਂ ਗੁਰਬਾਣੀ ਦੇ ਅਰਥ ਬੋਧ ਦੂਸਰਿਆਂ ਨੂੰ ਦ੍ਰਿੜ ਕਰਵਾ ਕੇ ਮਹਾਨ ਪਰ ਉਪਕਾਰ ਕੀਤੇ। ਐਸੀ ਮਹਾਨ ਸ਼ਖਸੀਅਤ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਸਾਰੇ ਹੀ ਮਾਣ ਨਾਲ ਆਪਣਾ ਕਹਿੰਦੇ ਨੇ, ਕਿਉਂਕਿ ਦਾਸ ਨੂੰ ਲੰਮਾ ਸਮਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਸੇਵਾ ਕਰਨ ਲਈ ਸੁਭਾਗ ਮਿਲਿਆ। ਉਸ ਇਲਾਕੇ ਦੀਆਂ ਸੰਗਤਾਂ ਬੜੇ ਮਾਣ ਨਾਲ ਆਖਦੀਆਂ ਨੇ, ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਸਨ। ਜੇ ਆਪਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੁੱਛੀਏ, ਉਹ ਬੜੇ ਮਾਣ ਨਾਲ ਕਹਿੰਦੇ ਸਨ ਕਿ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘਾਂ ਵਾਲਾ ਬਾਣਾ ਧਾਰਨ ਕਰਕੇ ਜਦੋਂ ਸਿੱਖ ਪੰਥ ਦੀਆਂ 12 ਮਿਸਲਾਂ ਹੋਂਦ ਵਿੱਚ ਆਈਆਂ, ਜਿੱਥੇ ਸ਼ਹੀਦ ਮਿਸਲ ਦੇ ਮੁਖੀ ਜਥੇਦਾਰ ਬਣੇ, ਉੱਥੇ ਬੁੱਢਾ ਦਲ ਬੜੇ ਫਕਰ ਨਾਲ ਆਖਦਾ ਕਿ ਬਾਬਾ ਦੀਪ ਸਿੰਘ ਜੀ ਸਾਡੇ ਮਹਾਨ ਜਰਨੈਲ ਸਨ। ਜਿੱਥੇ ਅੱਜ ਦਮਦਮੀ ਟਕਸਾਲ ਵੱਲੋਂ ਇਸ ਗੱਲ ਦਾ ਮਾਣ ਕੀਤਾ ਜਾਂਦਾ ਹੈ ਕਿ ਜਿਨ੍ਹਾਂ 94 48 ਗੁਰਸਿੱਖਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੇ ਮੁਕਾਮ ਤੇ ਗੁਰਬਾਣੀ ਦੇ ਅਰਥ ਬੋਧ ਸਰਵਣ ਕਰਵਾਏ ਸਨ, ਉਹਨਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਵੀ ਇੱਕ ਸਨ, ਜਿਨ੍ਹਾਂ ਨੂੰ ਸਤਿਗੁਰਾਂ ਨੇ ਜੀਵਨ ਮੁਕਤ ਹੋਣ ਦਾ, ਵਿਦੇਹ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਤੇ ਅੱਜ ਤੱਕ ਬੜੇ ਮਾਣ ਅਤੇ ਫਕਰ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦੀ ਸ਼ਖਸੀਅਤ ਬਹੁ ਪੱਖੀ ਹੈ, ਹਰ ਪੱਖ ਤੋਂ ਉਹਨਾਂ ਨੇ ਆਪਣੇ ਜੀਵਨ ਨੂੰ ਸਫਲ ਕਰਦਿਆਂ
ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ। ਧਨ ਸੇਵਕ ਸਫਲ ਓ ਆਇਆ ਜਿਨ ਨਾਨਕ ਖਸਮ ਪਛਾਤਾ। ਬਾਬਾ ਦੀਪ ਸਿੰਘ ਜੀ ਦਾ ਜਨਮ 1682 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਇੱਕ ਜ਼ਿਮੀਂਦਾਰ ਘਰਾਣੇ ਵਿੱਚ ਸਤਿਕਾਰਯੋਗ ਪਿਤਾ ਭਾਈ ਭਗਤ ਸਿੰਘ ਜੀ, ਸਤਿਕਾਰਯੋਗ ਮਾਤਾ ਜਿਉਣ ਕੌਰ ਜੀ ਦੀ ਪਾਵਨ ਕੁੱਖ ਤੋਂ ਹੋਇਆ। ਹੁਣ ਜਨਮ ਤਾਂ ਸਾਡਾ ਸਾਰਿਆਂ ਦਾ ਹੁੰਦਾ ਹੈ, ਅਸੀਂ ਸਾਰੇ ਮਾਲਕ ਦੀ ਰਚਨਾ ਦਾ ਅੰਗ ਹਾਂ, ਮਾਲਕ ਦੇ ਪੈਦਾ ਕੀਤੇ ਹੋਏ ਜੀਵ ਹਾਂ। ਪਰ ਜਦੋਂ ਕਿਤੇ ਕੋਈ ਇਹੋ ਜੀ ਨਾਮ ਵਿੱਚ ਰੰਗੀ ਹੋਈ ਸ਼ਖਸੀਅਤ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ, ਉਹਨਾਂ ਬਾਰੇ ਜਿੱਥੇ ਇਹ ਬਚਨ ਕਹੇ ਗਏ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਉੱਥੇ ਇਹ ਵੀ ਉਹਨਾਂ ਦੀ ਵਡਿਆਈ ਹੈ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਸੋ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਨੂੰ ਆਪਾਂ ਇੱਕ ਸਿੱਖ ਵਜੋਂ ਵੇਖਾਂਗੇ। ਗੁਰੂ ਕੀ ਬਾਣੀ ਵਿੱਚ ਜਿੱਥੇ ਸਿੱਖ ਦੀ ਪਰਿਭਾਸ਼ਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਰਜ਼ਾ ਵਿੱਚ ਤੁਰ ਪੈਂਦਾ ਹੈ, ਉਹ ਸਤਿਗੁਰੂ ਦਾ ਸਿੱਖ ਵੀ ਹੈ, ਉਹ ਸਤਿਗੁਰੂ ਦਾ ਸਖਾ ਭਾਵ ਫਰੈਂਡ ਮਿੱਤਰ ਵੀ ਹੈ, ਉਹ ਸਤਿਗੁਰੂ ਦਾ ਬੰਧਪ ਭਾਵ ਰਿਸ਼ਤੇਦਾਰ ਵੀ ਹੈ, ਤੇ ਉਹ ਸਤਿਗੁਰੂ ਦਾ ਸਕਾ ਭਰਾ ਵੀ ਹੈ। ਭਾਈ ਦਾ ਅਰਥ ਹੈ ਭਰਾ। ਅੱਜ ਸਾਡੀ ਬਦਕਿਸਮਤੀ ਹੈ ਕਿ ਭਾਈ ਲਕਬ ਕੇਵਲ ਆਪਾਂ ਗ੍ਰੰਥੀ ਸਿੰਘਾਂ ਤੱਕ, ਰਾਗੀ ਸਿੰਘਾਂ ਤੱਕ, ਜਾਂ ਕੇਵਲ ਗੁਰਮਤਿ ਪ੍ਰਚਾਰ ਕਰਨ ਵਾਲਿਆਂ ਤੱਕ ਸੀਮਤ ਰੱਖਿਆ। ਸਤਿਗੁਰੂ ਨੇ ਤੇ ਬੜੇ ਪਿਆਰ ਨਾਲ ਇਹ ਲਕਬ ਬਖਸ਼ਿਸ਼ ਕੀਤਾ ਸੀ ਕਿ ਜਿਹੜਾ ਗੁਰੂ ਦੀ ਰਜ਼ਾ ਵਿੱਚ ਤੁਰੇਗਾ, ਉਹ ਭਾਈ ਮਰਦਾਨਾ, ਉਹ ਭਾਈ ਲਾਲੋ, ਉਹ ਭਾਈ ਗੁਰਦਾਸ ਜੀ, ਉਹ ਭਾਈ ਵਿਧੀ ਚੰਦ ਜੀ, ਉਹ ਭਾਈ ਮਨੀ ਸਿੰਘ ਜੀ। ਤੇ ਭਾਈ ਦਾ ਮਤਲਬ ਸੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇਂ, ਸੋ ਭਾਈ ਸੋ ਮੇਰਾ ਵੀਰ। ਇੱਥੇ ਤੱਕ ਵਡਿਆਈ ਦਿੱਤੀ, ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਜਿਹੜਾ ਗੁਰੂ ਦੇ ਭਾਣੇ ਵਿੱਚ, ਗੁਰੂ ਦੀ ਰਜ਼ਾ ਵਿੱਚ ਤੁਰ ਪੈਂਦਾ ਹੈ, ਸਤਿਗੁਰੂ ਜੀ ਦੇ ਸਾਰੇ ਹੀ ਪਿਆਰ ਵਾਲੇ ਰਿਸ਼ਤੇ ਜਿਹੜੇ ਨੇ ਉਸ ਸਿੱਖ ਦੇ ਨਾਲ ਜੁੜ ਜਾਂਦੇ ਨੇ। ਪਰਿਵਾਰ ਜਿੱਥੇ ਕਿਰਤ ਕਰਦਾ ਸੀ, ਉੱਥੇ ਕਿਰਤ ਕਰਦਿਆਂ ਆਪਣੀ ਬਿਰਤੀ ਨੂੰ ਧਰਮ ਵਿੱਚ ਰੱਖਦਿਆਂ ਜੋ ਕੁਝ ਵੀ ਅੰਨ ਧਨ ਖੇਤਾਂ ਵਿੱਚ ਪੈਦਾ ਹੁੰਦਾ, ਉਹਦੇ ਵਿੱਚੋਂ ਪਰਿਵਾਰ ਦਸਵੰਧ ਕੱਢਦਾ। ਤੇ ਸਮੇਂ-ਸਮੇਂ ਗੁਰੂ ਨਾਨਕ ਜੋਤ ਜਿੱਥੇ ਵੀ ਬਿਰਾਜਮਾਨ ਹੁੰਦੀ, ਕਿਉਂਕਿ ਗੁਰੂ ਨਾਨਕ ਜੋਤ ਦਸਾਂ ਜਾਮਿਆਂ ਵਿੱਚ ਵਿਚਰੀ ਹੈ। ਅਸੀਂ ਬਚਨ ਪੜ੍ਹਦੇ ਹਾਂ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਕਦੇ ਗੁਰੂ ਜੋਤ ਦਾ ਟਿਕਾਣਾ ਕਰਤਾਰਪੁਰ ਸਾਹਿਬ ਸੀ, ਫਿਰ ਹੁਕਮ ਹੋਇਆ ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੈ ਜੋਤ ਜਗਾਈ। ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਸਤਿਗੁਰੂ ਕਹਾਵੈ ਅੰਮ੍ਰਿਤਸਰ ਵੇ ਜੋਤ ਜਗਾਵੈ। ਗੁਰੂ ਜੋਤ ਦਾ ਟਿਕਾਣਾ ਕਦੇ ਅੰਮ੍ਰਿਤਸਰ, ਕਦੇ ਕੀਰਤਪੁਰ ਸਾਹਿਬ, ਕਦੇ ਆਨੰਦਪੁਰ ਸਾਹਿਬ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਤੇ ਇਹ ਕਿਰਪਾ ਕਰ ਦਿੱਤੀ ਕਿ ਗੁਰੂ ਜੋਤ ਦੇ ਟਿਕਾਣੇ 10, ਪਰ ਤੁਹਾਡਾ ਗੁਰੂ ਇੱਕੋ ਹੀ ਹੈ, ਜਿਹਨੂੰ ਤੁਸੀਂ ਗਿਆਨ ਕਹਿੰਦੇ ਹੋ, ਉਪਦੇਸ਼ ਕਹਿੰਦੇ ਹੋ, ਬਾਣੀ ਕਹਿੰਦੇ ਹੋ, ਸ਼ਬਦ ਕਹਿੰਦੇ ਹੋ। ਤੇ ਦਸਾਂ ਜਾਮਿਆਂ ਵਿੱਚ ਇਹ ਜੋਤ ਵਿਚਰ ਕੇ ਹੁਣ ਪੱਕੇ ਤੌਰ ਲਈ ਜੁਗੋ ਜੁਗ ਅਟਲ ਸਦਾ ਲਈ ਇਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਿਰਾਜਮਾਨ ਹੋ ਗਈ ਹੈ। ਬਾਬਾ ਦੀਪ ਸਿੰਘ ਜੀ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਕਿ ਜਿੱਥੇ ਵੀ ਗੁਰੂ ਨਾਨਕ ਜੋਤ ਬਿਰਾਜਮਾਨ ਹੈ, ਦਸਵੰਧ ਅਰਪਣ ਕਰਨ ਲਈ, ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਰਿਵਾਰ ਉਚੇਚੇ ਤੌਰ ਤੇ ਉਹਨਾਂ ਅਸਥਾਨਾਂ ਵਿਖੇ ਪਹੁੰਚਦਾ।
ਕਿਉਂਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵੈ। ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਮੁਬਾਰਕ ਚਰਨ ਪਏ ਨੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਿੱਖਿਆ ਵੀ ਦ੍ਰਿੜ ਕਰਾਈ ਹੈ ਕਿ ਦਸਵੰਧ ਗੁਰੂ ਨਾ ਦੇਵਈ, ਝੂਠ ਬੋਲ ਜੋ ਖਾਏ। ਕਹੈ ਗੋਬਿੰਦ ਸਿੰਘ ਲਾਲ ਜੀ, ਤਿਸ ਕਾ ਕਸ ਨਾ ਵਿਸਾਏ। ਵੀ ਜਿਹੜਾ ਬੰਦਾ 9 ਰੁਪਈਏ ਵੀ ਆਪਣੇ ਘਰ ਪਰਿਵਾਰ ਤੇ ਖਰਚਦਾ ਤੇ 10ਵਾਂ ਰੁਪਈਆ ਵੀ ਘਰੇ ਹੀ ਖਰਚੀ ਜਾਂਦਾ, ਉਹ ਲੱਖਾਂ ਵਾਰ ਕਵੇ ਵੀ ਮੈਂ ਕਦੇ ਚੋਰੀ ਨਹੀਂ ਕੀਤੀ, ਮੈਂ ਕਦੇ ਠੱਗੀ ਨਹੀਂ ਮਾਰੀ, ਮੈਂ ਕਦੇ ਕਿਸੇ ਦਾ ਹੱਕ ਨਹੀਂ ਖਾਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਜਿਹੜਾ 10ਵਾਂ ਹਿੱਸਾ ਵੀ ਆਪਣੇ ਘਰੇ ਹੀ ਵਰਤੀ ਜਾਂਦਾ, ਘਰੇ ਹੀ ਖਾਈ ਜਾਂਦਾ, ਉਸ ਜੀਵ ਦਾ ਕਦੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਪਰਿਵਾਰ ਸਮੇਤ ਬਾਬਾ ਦੀਪ ਸਿੰਘ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਨਦਰੋਂ ਨਦਰ ਨਿਹਾਲ ਹੋ ਗਏ। ਕਿਉਂਕਿ ਹਰ ਦਰਸ਼ਨ ਕੋ ਮੇਰਾ ਮਨ ਮੋ ਤਪਤੈ, ਜਿਉ ਤ੍ਰਿਖਾਵੰਤ ਬਿਨ ਨੀਰ। ਤੇ ਗੁਰੂ ਦੇ ਦਰਸ਼ਨਾਂ ਦੀ ਇਹ ਵਡਿਆਈ ਹੈ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਭਾਵਨਾ ਨਾਲ ਗੁਰੂ ਦੇ ਦਰਸ਼ਨ ਹੋ ਜਾਣ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਸੱਚ ਜਨਮ ਪਰਵਾਨ। ਜਿੱਥੇ ਸਾਡਾ ਜੀਵਨ ਪ੍ਰਵਾਨ ਹੋ ਜਾਂਦਾ ਹੈ, ਉੱਥੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਅੰਦਰੂਲੀ ਮੈਲ ਗੁਰੂ ਦੇ ਦਰਸ਼ਨਾਂ ਰੂਪੀ ਜਲ ਮਿਲ ਜਾਵੇ ਤੇ ਅੰਦਰੋਂ ਧੋ ਕੇ ਉਹ ਸਾਨੂੰ ਨਿਰਮਲ ਕਰ ਦਿੰਦੀ ਹੈ। ਬੜੀ ਭਾਵਨਾ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਪਰਿਵਾਰ ਸਮੇਤ ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ, ਉਪਦੇਸ਼ ਸਰਵਣ ਕੀਤਾ, ਤੇ ਸੱਚਮੁੱਚ ਯਾਤਰਾ ਵੀ ਉਦੋਂ ਸਫਲ ਹੁੰਦੀ ਹੈ ਕਿ ਜਿਸ ਸਥਾਨ ਦੀ ਅਸੀਂ ਯਾਤਰਾ ਕਰਨ ਜਾਈਏ, ਉੱਥੋਂ ਦਾ ਇਤਿਹਾਸ ਸੁਣੀਏ ਤੇ ਉਹਦੇ ਮੁਤਾਬਕ ਅਸੀਂ ਆਪਣੇ ਜੀਵਨ ਨੂੰ ਢਾਲ ਲਈਏ। ਅੱਜ ਵੀ ਅਸੀਂ ਵੇਖਦੇ ਹਾਂ ਕਿ ਹੋਲਾ ਮਹੱਲਾ ਆਉਂਦਾ ਹੈ, ਰਸਤੇ ਵਿੱਚ ਲੰਗਰ ਲਗਾਏ ਜਾਂਦੇ ਨੇ, ਟਰਾਲੀਆਂ ਭਰ ਕੇ ਹੋਲੇ ਮਹੱਲੇ ਤੇ ਸੰਗਤਾਂ ਜਾਂਦੀਆਂ ਨੇ। ਪਰ ਜਿਸ ਮਕਸਦ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਸ਼ੁਰੂ ਕੀਤਾ ਸੀ, ਉਹ ਮਕਸਦ ਅੱਜ ਨਾ ਤਾਂ ਲੰਗਰ ਲਗਾਉਣ ਵਾਲਿਆਂ ਵਿੱਚ ਤੇ ਨਾ ਟਰਾਲੀਆਂ ਭਰ ਭਰ ਕੇ ਹੋਲਾ ਮਹੱਲਾ ਵੇਖਣ ਜਾਣ ਵਾਲਿਆਂ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਕਿਉਂਕਿ ਆਨੰਦਪੁਰ ਸਾਹਿਬ ਗੁਰੂ ਪਿਆਰ ਵਿੱਚ ਭਿੱਜ ਕੇ ਆਨੰਦ ਦੀ ਪ੍ਰਾਪਤੀ ਕਰਨ ਵਾਲਿਆਂ ਦੀ ਧਰਤੀ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਅੰਮ੍ਰਿਤ ਪ੍ਰਾਪਤ ਕਰਨ ਵਾਸਤੇ ਆਪਣੇ ਸਿਰ ਅਰਪਣ ਕੀਤੇ ਸਨ। ਤੇ ਜਦੋਂ ਸਿਰ ਅਰਪਣ ਕਰਕੇ ਅੰਮ੍ਰਿਤ ਦੀ ਦਾਤ ਮਿਲੀ ਸੀ ਤੇ ਉਸ ਅੰਮ੍ਰਿਤ ਵਿੱਚੋਂ ਜਿਹੜਾ ਆਨੰਦ ਮਿਲਿਆ ਸੀ, ਉਸ ਆਨੰਦ ਦੇ ਨਾਲ ਜੀਵਨ ਜਿਹੜਾ ਉਹ ਸਰਸ਼ਾਰ ਹੋ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਦੀ ਪੌਲ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਗੁਰੂ ਵਾਲਾ ਬਣਾਇਆ। ਔਰ ਇਹ ਜ਼ਰੂਰੀ ਹੈ ਕਿਉਂਕਿ ਇੱਕ ਜਨਮ ਸਾਨੂੰ ਮਾਤਾ ਪਿਤਾ ਦੇ ਘਰੋਂ ਮਿਲਦਾ ਤੇ ਇੱਕ ਜਨਮ ਸਾਡਾ ਗੁਰੂ ਦੇ ਘਰ ਹੁੰਦਾ ਹੈ। ਸਰੀਰਕ ਜੀਵਨ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਔਰ ਇਹ ਜੀਵਨ ਮਾਤਾ ਪਿਤਾ ਦੇ ਰਾਹੀਂ ਮਿਲਦਾ, ਕਿਉਂਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਸਰੀਰਕ ਜੀਵਨ ਅਮੀਰ ਕੋਲ ਵੀ ਹੈ, ਗਰੀਬ ਕੋਲ ਵੀ ਹੈ। ਸਰੀਰਕ ਜੀਵਨ ਗਿਆਨੀ ਕੋਲ ਵੀ ਹੈ, ਮੂਰਖ ਬੇਸਮਝ ਕੋਲ ਵੀ ਹੈ। ਸਰੀਰਕ ਜੀਵਨ ਜਿਹੜੇ ਆਸਤਕ ਨੇ, ਜਿਨ੍ਹਾਂ ਦੀ ਬੜੀ ਸ਼ਰਧਾ ਹੈ ਧਰਮ ਤੇ ਪ੍ਰਮਾਤਮਾ ਤੇ ਸਤਿਗੁਰੂ ਤੇ, ਉਹਨਾਂ ਕੋਲ ਵੀ ਹੈ। ਤੇ ਜਿਹੜੇ ਨਾਸਤਕ ਲੋਕ ਨੇ, ਤਰਕ ਦੇ ਆਧਾਰ ਤੇ ਸਿੱਧ ਕਰਨ ਲੱਗੇ ਹੋਏ ਨੇ ਵੀ ਰੱਬ ਹੈ ਹੀ ਨਹੀਂ, ਸਰੀਰਕ ਜੀਵਨ ਉਹਨਾਂ ਕੋਲ ਵੀ ਹੈ। ਸਰੀਰਕ ਜੀਵਨ ਸਾਰਿਆਂ ਕੋਲ ਹੈ, ਪਰ ਇਹ ਜੀਵਨ ਉਹਦਾ ਸਫਲ ਹੈ ਜਿਨਨੇ ਸਰੀਰਕ ਜੀਵਨ ਪ੍ਰਾਪਤ ਕਰਕੇ ਫਿਰ ਗੁਰੂ ਦੇ ਕੋਲੋਂ ਆਤਮਿਕ ਜੀਵਨ ਪ੍ਰਾਪਤ ਕੀਤਾ ਹੈ। ਆਤਮਿਕ ਜੀਵਨ ਸਾਰਿਆਂ ਦੇ ਕੋਲ ਨਹੀਂ ਹੈ। ਸਰੀਰਕ ਜੀਵਨ ਪ੍ਰਮਾਤਮਾ ਨੇ ਦਿੱਤਾ ਤੇ ਮਾਤਾ ਪਿਤਾ ਰਾਹੀਂ ਮਿਲਿਆ। ਆਤਮਿਕ ਜੀਵਨ ਵੀ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ, ਪਰ ਗੁਰੂ ਦੇ ਰਾਹੀਂ। ਇਸੇ ਕਰਕੇ ਗੁਰੂ ਨੂੰ ਮਾਂ ਵੀ ਕਿਹਾ
ਤੇ ਗੁਰੂ ਨੂੰ ਪਿਤਾ ਵੀ ਕਿਹਾ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਦੁਨਿਆਵੀ ਤੌਰ ਤੇ ਮਾਤਾ ਪਿਤਾ ਦੇ ਘਰ ਜਨਮ ਹੋਇਆ, ਸਾਨੂੰ ਅਸੀਸਾਂ ਮਿਲੀਆਂ, ਲੰਮੀਆਂ ਉਮਰਾਂ ਮਾਣੋ, ਵੱਡੇ ਅਹੁਦੇ ਮਿਲਣ, ਪੜ੍ਹ ਲਿਖ ਕੇ ਬੱਚਾ ਪੁੱਤਰ ਧੀ ਡਾਕਟਰ ਬਣੇ, ਇੰਜੀਨੀਅਰ ਬਣੇ, ਬੜੀਆਂ ਬੜੀਆਂ ਤਰੱਕੀਆਂ ਕਰੇ। ਪਰ ਜਦੋਂ ਅਸੀਂ ਗੁਰੂ ਦੇ ਘਰ ਜਨਮ ਲਵਾਂਗੇ ਤੇ ਫਿਰ ਗੁਰੂ ਮਾਂ ਕੋਲੋਂ ਅਸੀਸ ਮਿਲੇਗੀ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ, ਹਰ ਹਰ ਸਦਾ ਭਜੋ ਜਗਦੀਸ਼। ਹੇ ਮੇਰੇ ਸਿੱਖ ਬੱਚੇ, ਉਹ ਸਿੱਖ ਬੱਚਾ ਭਾਵੇਂ ਪੁੱਤਰ ਹੈ ਭਾਵੇਂ ਧੀ ਹੈ, ਇੱਥੇ ਮਾਂ ਦਾ ਅਰਥ ਹੈ ਗੁਰੂ ਮਾਂ। ਗੁਰੂ ਮਾਂ ਦੀ ਸਿੱਖ ਰੂਪੀ ਬੱਚੇ ਨੂੰ ਅਸੀਸ ਹੈ ਕਿ ਤੂੰ ਸਭ ਤੋਂ ਪਹਿਲਾਂ ਇਹ ਪ੍ਰਵਾਨ ਕਰ ਵੀ ਜਿਹਦਾ ਜਨਮ ਹੋਇਆ ਉਹਦੀ ਇੱਕ ਨਾ ਇੱਕ ਦਿਨ ਮੌਤ ਹੋਣੀ ਹੈ। ਹੋ ਸਕਦਾ ਬੰਦਾ ਅੰਮ੍ਰਿਤ ਛਕ ਕੇ ਘਰ ਪਹੁੰਚੇ ਤੇ ਰਾਤ ਸੁੱਤਿਆਂ ਪਿਆਂ ਉਹਦਾ ਜੀਵਨ ਸਮਾਪਤ ਹੋ ਜਾਵੇ। ਸਤਿਗੁਰਾਂ ਨੇ ਇਹ ਵਾਅਦਾ ਨਹੀਂ ਕੀਤਾ ਵੀ ਤੂੰ ਅੰਮ੍ਰਿਤ ਛਕੇਂਗਾ ਤੇ ਤੇਰੀ 70 ਸਾਲ ਦੀ ਉਮਰ 80 ਸਾਲ ਦੀ ਹੋ ਜਾਣੀ। ਸਾਹਿਬ ਜੀ ਨੇ ਇਹ ਸਿੱਖਿਆ ਦ੍ਰਿੜ ਕਰਾਈ ਸੀ ਕਿ ਫਿਜ਼ੀਕਲ ਡੈਥ ਜਿਹੜੀ ਹੈ, ਸਰੀਰਕ ਮੌਤ ਜਿਹੜੀ ਹੈ, ਇਹ ਤੇ ਡੈਫੀਨੇਟ ਹੈ, ਸਰ ਪਰ ਪੱਕਾ ਹੀ ਹੈ। ਹਾਂ, ਜੇ ਬਚਣਾ ਹੈ, ਜੇ ਜਿਉਂਦਿਆਂ ਰਹਿਣਾ ਹੈ ਤੇ ਉਹ ਆਤਮਿਕ ਜੀਵਨ ਹੈ ਜਿਹੜਾ ਮਰਨ ਤੋਂ ਬਾਅਦ ਵੀ ਖਤਮ ਨਹੀਂ ਜੇ ਹੁੰਦਾ। ਤੇ ਗੁਰੂ ਇਹ ਅਸੀਸਾਂ ਨਹੀਂ ਦਿੰਦੇ ਕਿ ਤੂੰ ਸਰੀਰਕ ਤੌਰ ਤੇ ਲੰਮਾ ਸਮਾਂ ਜੀ। ਗੁਰੂ ਤਾਂ ਸਭ ਤੋਂ ਪਹਿਲਾਂ ਇਹ ਪ੍ਰਵਾਨ ਕਰਾਉਂਦੇ ਨੇ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਤੇ ਨਾਲ ਇਹ ਅਸੀਸਾਂ ਦਿੰਦੇ ਨੇ, ਜੀਵਤ 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 ਰਹੋ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਕਿਉਂਕਿ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇਹ ਉਹ ਆਤਮਿਕ ਜੀਵਨ ਹੈ ਜਿਹੜਾ ਸਰੀਰਕ ਮੌਤ ਤੋਂ ਬਾਅਦ ਵੀ ਕਾਇਮ ਰਹਿੰਦਾ। ਬੰਦਾ ਮਰ ਕੇ ਵੀ ਨਹੀਂ ਜੇ ਮਰਦਾ, ਕਿਉਂਕਿ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਤੇ ਜੇ ਸਾਡੇ ਕੋਲ ਆਤਮਿਕ ਜੀਵਨ ਨਹੀਂ ਹੈ, ਕੇਵਲ ਸਰੀਰਕ ਜੀਵਨ ਹੈ, ਤੇ ਖਿਮਾ ਕਰਨਾ ਅਧਿਆਤਮਿਕ ਦੁਨੀਆ ਵਿੱਚ ਸਾਨੂੰ ਤੁਰਦੀਆਂ ਫਿਰਦੀਆਂ ਲੋਥਾਂ ਦੇ ਸਮਾਨ ਦੱਸਿਆ। ਮਤ ਜਾਣੋ ਜਗ ਜੀਵਨ ਦਾ, ਦੂਜਾ ਭਾਏ ਮੋਇਆਸ। ਹੁਣ ਇੱਕ ਉਹ ਜਿਨ੍ਹਾਂ ਕੋਲ ਸਰੀਰਕ ਜੀਵਨ ਹੁੰਦਿਆਂ ਵੀ ਉਹ ਮਰੇ ਨੇ, ਤੇ ਦੂਸਰੇ ਉਹ ਜਿਨ੍ਹਾਂ ਦੀ ਸਰੀਰਕ ਲੀਲਾ ਸਮਾਪਤ ਹੋ ਗਈ, ਤੇ ਸਾਹਿਬ ਕਹਿੰਦੇ ਉਹ ਮਰਨ ਤੋਂ ਬਾਅਦ ਵੀ ਜੀਵਤ ਵੇਖੇ ਗਏ, ਕਿਉਂਕਿ ਉਹਨਾਂ ਕੋਲ ਜਿਹੜਾ ਆਤਮਿਕ ਜੀਵਨ ਹੈ, ਜਿਹੜੀ ਉਹਨਾਂ ਕੋਲ ਜੀਵਨ ਪਦਵੀ ਹੈ ਨਾ, ਆ ਦੁਨਿਆਵੀ ਪਦਵੀਆਂ ਅੱਜ ਹੈਨ ਕੱਲ ਨੂੰ ਨਹੀਂ, ਪਰ ਜਿਹੜੀ ਜੀਵਨ ਪਦਵੀ ਹੈ ਇਹ ਮਰਨ ਤੋਂ ਬਾਅਦ ਵੀ ਨਾਲ ਨਿਭਦੀ ਹੈ। ਜੀਵਨ ਪਦਵੀ ਹਰ ਕੇ ਦਾਸ, ਅਬ ਮੋਹੇ ਜੀਵਨ ਪਦਵੀ ਪਾਈ। ਬਾਬਾ ਦੀਪ ਸਿੰਘ ਜੀ ਨੇ ਸਰੀਰਕ ਜੀਵਨ ਦੇ ਨਾਲ ਨਾਲ ਆਤਮਿਕ ਜੀਵਨ ਵੀ ਸਤਿਗੁਰੂ ਜੀ ਤੋਂ ਪ੍ਰਾਪਤ ਕੀਤਾ। ਇਹੀ ਕਾਰਨ ਕਿ ਜਿਨ੍ਹਾਂ ਕੋਲ ਆਤਮਿਕ ਜੀਵਨ ਹੈ ਉਹਨਾਂ ਦਾ ਜੀਵਨ ਸਦਾ ਲਈ ਸਫਲ ਹੋ ਜਾਂਦਾ ਹੈ। ਉਹ ਆਖਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਜੇ ਇਸ ਜੀਵਨ ਦੇ ਵਿੱਚ ਗੁਰੂ ਸਾਧੂ ਮਿਲ ਜਾਵੇ ਤੇ ਸਾਡੀ ਇਹ ਜੀਵਨ ਯਾਤਰਾ ਸਫਲ ਹੋ ਜਾਂਦੀ, ਫਿਰ ਆਵਾਗਮਨ ਮਿਟ ਜਾਂਦਾ। ਮਾਂ ਦੀ ਕੁੱਖ ਤੋਂ ਜਨਮ ਹੋਇਆ ਤੇ ਸਾਡਾ ਅੰਤ ਸ਼ਮਸ਼ਾਨ ਘਾਟ ਦੀ ਕੁੱਖ ਹੈ। ਭਾਵੇਂ ਕੋਈ ਸੰਸਕਾਰ ਕਰ ਦੇ, ਭਾਵੇਂ ਕੋਈ ਦਫਨਾ ਦੇ, ਭਾਵੇਂ ਕੋਈ ਜਲ ਪ੍ਰਵਾਹ ਕਰੇ, ਭਾਵੇਂ ਜੰਗਾਂ ਯੁੱਧਾਂ ਦੇ ਸਮੇਂ ਸੂਰਮਿਆਂ ਦੇ ਸਰੀਰ ਕਾਂ ਕੁੱਤੇ ਹੀ ਖਾ ਜਾਂਦੇ ਨੇ, ਆਖਰ ਧਰਤੀ ਕੁੱਖ ਖੋਲਦੀ ਹੈ ਤੇ ਸਾਡਾ ਸਾਰਿਆਂ ਦਾ ਅੰਤ ਜਿਹੜਾ ਹੈ ਉਹ ਧਰਤੀ ਦੀ ਕੁੱਖ ਹੈ। ਪਰ ਜਦੋਂ ਗੁਰੂ ਦੇ ਘਰ ਜਨਮ ਹੋ ਗਿਆ, ਸਤਿਗੁਰ ਕੈ ਜਨਮੈ ਗਵਨ ਮਟਾਇਆ, ਫਿਰ ਗਵਨ ਮਿਟ ਜਾਂਦਾ ਹੈ, ਬਾਰ-ਬਾਰ ਨਹੀਂ ਜੰਮਣਾ ਮਰਨਾ ਪੈਂਦਾ। ਗੁਰੂ ਦੇ ਘਰ ਜਨਮ ਹੋ ਜਾਵੇ ਤੇ ਫਿਰ ਸੱਚਮੁੱਚ ਮਨੁੱਖ ਅਮਰ ਹੋ ਜਾਂਦਾ ਹੈ। ਉਹਨੂੰ ਬਾਰ-ਬਾਰ ਸੰਸਾਰ ਤੇ ਆਉਣਾ ਤੇ ਜਾਣਾ ਨਹੀਂ ਪੈਂਦਾ, ਕਿਉਂਕਿ ਸਰੀਰਕ ਜੀਵਨ ਮਾਤਾ ਦੀ ਕੁੱਖ ਤੋਂ ਮਿਲਿਆ ਤੇ ਸਾਡਾ ਅੰਤ ਹੋਇਆ ਧਰਤੀ ਦੀ ਕੁੱਖ, ਜਿੱਦਣ ਗੁਰੂ ਦੀ ਕੁੱਖ ਵਿੱਚੋਂ ਸਾਡਾ ਜਨਮ ਹੋ ਗਿਆ। ਗੁਰੂ ਦੀ ਕੁੱਖ ਹੈ ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗੁਰੂ ਦਾ ਸਿਧਾਂਤ। ਜਦੋਂ ਸਾਡਾ ਜਨਮ ਗੁਰੂ ਦੀ ਕੁੱਖ ਵਿੱਚੋਂ ਹੋਇਆ, ਇਹ ਅਟਲ ਸਚਾਈ ਹੈ ਕਿ ਸਰੀਰ ਦਾ ਅੰਤ ਧਰਤੀ ਦੀ ਕੁੱਖ ਹੋਵੇਗਾ, ਪਰ ਸਾਡੀ ਆਤਮਾ ਦਾ ਟਿਕਾਣਾ ਉਸ ਵੇਲੇ ਸੱਚਖੰਡ ਬਣੇਗਾ। ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ।
ਬਾਬਾ ਦੀਪ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਜਿੱਥੇ ਹੱਥੀਂ ਗੁਰੂ ਕੇ ਲੰਗਰ ਦੇ ਬਰਤਨ ਮਾਂਜਣ ਦੀ ਸੇਵਾ ਕਰਿਆ ਕਰਦੇ ਸਨ, ਉੱਥੇ ਗੁਰਬਾਣੀ ਦੀ ਸੰਥਿਆ ਉਹਨਾਂ ਪ੍ਰਾਪਤ ਕੀਤੀ। ਸਤਿਗੁਰੂ ਜੀ ਤੋਂ ਗੁਰਬਾਣੀ ਦੇ ਗੁੱਝੇ ਭੇਦ ਸਮਝੇ। ਜਦੋਂ ਵੀ ਕਿਤੇ ਵਿਚਾਰ ਚਰਚਾ ਹੁੰਦੀ ਤੇ ਬਾਬਾ ਦੀਪ ਸਿੰਘ ਜੀ ਬੜਾ ਮਨ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਚਰਚਾ ਕਰਿਆ ਕਰਦੇ ਸਨ। ਇੱਕ ਦਿਨ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਕਿ ਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਵੀ ਇਹ ਗੱਲ ਤਾਂ ਸਮਝੀ ਵੀ ਜਿਹਦੇ ਨਾਲ ਪ੍ਰੇਮ ਹੋਵੇ ਉਹਦੀ ਖਾਤਰ ਸਿਰ ਕਟਵਾਇਆ ਜਾ ਸਕਦਾ ਤੇ ਸਿਰ ਕਟਵਾਉਣ ਦੀ ਬੜੀ ਵੱਡੀ ਮਹਾਨਤਾ ਹੈ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਕਿ ਦੀਵੇ ਅੰਦਰ ਜਿਉਂ-ਜਿਉਂ ਬੱਤੀ ਸਿਰ ਆਪਣਾ ਕਟਵਾਏ, ਤਿਉਂ-ਤਿਉਂ ਰੋਸ਼ਨ ਬਹੁਤੀ ਹੋਵੇ, ਚਾਨਣ ਘਣਾ ਵਧਾਏ। ਰਾਵਣ ਨੂੰ ਗੁਰਬਾਣੀ ਵਿੱਚ ਮੂਰਖ ਤੱਕ ਕਿਹਾ ਗਿਆ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਕਹਿਣ ਲੱਗੇ ਉਹ ਮੂਰਖ ਰਾਵਣ ਆਖਰ ਸੰਸਾਰ ਤੋਂ ਕੀ ਲੈ ਕੇ ਗਿਆ, ਕਿਉਂਕਿ ਮੂਰਖ ਰਾਵਣ ਕਿਆ ਲੈ ਗਿਆ। ਪਰ ਜਦੋਂ ਉਹਦੇ ਪ੍ਰੇਮ ਦੀ ਭਾਵਨਾ ਵੇਖੀ ਤੇ ਉੱਥੇ ਸਤਿਗੁਰਾਂ ਨੇ ਬਚਨ ਬਖਸ਼ਿਸ਼ ਕੀਤੇ ਨੇ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁੱਤੇ ਸੋ ਰੰਕ ਨੈ, ਜਿਨ ਸਿਰ ਦੀਨੇ ਕਾਟ। ਵੀ ਰਾਵਣ ਕੋਈ ਹਾਂਜੀ ਬਾਹਰ ਗੱਡੀ ਕਿਸੇ ਨੇ ਕੱਢਣੀ ਆ 162 ਨੰਬਰ, ਜਿਹਦੀ ਵੀ ਗੱਡੀ ਹੋਵੇ ਉਹ ਅੱਗੇ ਪਿੱਛੇ ਗੱਡੀ ਕਰ ਦੇਣ। ਸਾਰੇ ਇੱਕ ਵਾਰ ਫਿਰ ਆਪਾਂ ਇਕਾਗਰਤਾ ਵਿੱਚ ਆਈਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ। ਬਾਬਾ ਦੀਪ ਸਿੰਘ ਜੀ ਨੇ ਪੁੱਛਿਆ ਸਤਿਗੁਰੂ ਜੀ, ਇਹ ਤਾਂ ਸਮਝ ਆਈ ਕਿ ਜਿਹਦੇ ਨਾਲ ਪ੍ਰੇਮ ਹੋਵੇ ਉਹਦੇ ਲਈ ਅਸੀਂ ਸਿਰ ਕਟਵਾ ਸਕਦੇ ਹਾਂ, ਪਰ ਉਹਦੇ ਲਈ ਸਿਰ ਤਲੀ ਤੇ ਰੱਖ ਕੇ ਤੁਰ ਪੈਣਾ ਇਹ ਕਿਵੇਂ ਹੋ ਸਕਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾ ਕੇ ਕਹਿਣ ਲੱਗੇ, ਦੀਪ ਸਿਆਂ, ਤੇਰਾ ਪਰਮਾਤਮਾ ਨਾਲ, ਤੇਰਾ ਗੁਰੂ ਨਾਲ ਇੰਨਾ ਪਿਆਰ ਪੈ ਜਾਣਾ ਕਿ ਤੂੰ ਪਰਮਾਤਮਾ ਜਾਂ ਸਤਿਗੁਰੂ ਦੀ ਗੱਲ ਕਰਦਾ। ਜੇ ਕੋਈ ਤੇਰੇ ਪਰਮਾਤਮਾ ਬਾਰੇ, ਤੇਰੇ ਸਤਿਗੁਰੂ ਬਾਰੇ, ਕੋਈ ਗੁਰੂ ਕੇ ਅਸਥਾਨ ਬਾਰੇ, ਗੁਰੂ ਕੀਆਂ ਨਿਸ਼ਾਨੀਆਂ ਦੀ ਬੇਅਦਬੀ ਕਰਨ ਲੱਗੇਗਾ ਤੇ ਤੇਰੇ ਕੋਲੋਂ ਰਿਹਾ ਨਹੀਂ ਜਾਣਾ। ਤੂੰ ਜਿੱਥੇ ਵੀ ਹੋਵੇਂਗਾ ਉੱਥੋਂ ਸੀਸ ਤਲੀ ਤੇ ਰੱਖ ਕੇ ਤੁਰ ਪਵੇਂਗਾ। ਕਿਉਂਕਿ ਮਹਾਂਪੁਰਖ ਅਕਸਰ ਇਹ ਦ੍ਰਿੜ ਕਰਵਾਇਆ ਕਰਦੇ ਸਨ ਕਿ ਧਰਮ ਜਿਹੜਾ ਇਹ ਸਿਰ ਦੇਣ ਤੋਂ ਬਿਨਾਂ ਬਚਦਾ ਨਹੀਂ। ਜਦੋਂ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰ ਪਏ ਸਨ, ਉਹਨਾਂ ਉਦੋਂ ਹੀ ਇਹ ਮੰਨ ਲਿਆ ਸੀ ਵੀ ਹੁਣ ਸਿਰ ਭਾਵੇਂ 50 ਕੋਹ ਤੇ ਜਾ ਕੇ ਕੱਟਿਆ ਜਾਵੇ ਤੇ ਭਾਵੇਂ 100 ਕੋਹ ਤੇ ਜਾ ਕੇ, ਭਾਵੇਂ 200 ਕੋਹ ਤੇ, ਹੁਣ ਸਿਰ ਦੇਣ ਤੋਂ ਬਿਨਾਂ ਧਰਮ ਬਚਣਾ ਨਹੀਂ। ਇਸ ਕਰਕੇ ਉਹ ਸਿਰ ਤਲੀ ਤੇ ਰੱਖ ਕੇ ਤੁਰ ਪਏ ਵੀ ਇਹ ਹੁਣ ਸਿਰ ਕਟਵਾਇਆ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਪਵਿੱਤਰਤਾ ਹੈ ਉਹ ਬਹਾਲ ਕੀਤੀ ਜਾ ਸਕਦੀ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਦੀ ਤੱਤੀ ਤਵੀ ਤੇ ਬੈਠਣ ਵਾਸਤੇ ਤੁਰੇ ਸਨ, ਭਾਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਉਵੇਂ ਤੱਤੀ ਤਵੀ ਤੇ ਬੈਠ ਕੇ ਦੇਗ ਵਿੱਚ ਉਬਲ ਕੇ ਸੀਸ ਵਿੱਚ ਰੇਤਾ ਪਵਾ ਕੇ ਹੋਈ ਹੈ। ਪਰ ਇਤਿਹਾਸ ਕਹਿੰਦਾ ਜਦੋਂ ਗੁਰੂ ਅਰਜਨ ਦੇਵ ਜੀ ਤੁਰਨ ਲੱਗੇ ਨਾ ਤੇ 94 ਗੁਰਸਿੱਖਾਂ ਨੂੰ, ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਂਹ ਸੰਗਤ ਨੂੰ ਪਕੜਾ ਕੇ ਇਹ ਕਹਿ ਕੇ ਗਏ ਕਿ ਲਾਹੌਰ ਦੀ ਧਰਤੀ ਤੇ ਭਾਣਾ ਵਾਪਰਨਾ ਤੇ ਸਾਡੇ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਤੁਸਾਂ ਨੇ ਕਬੂਲਣੀ ਹੈ। ਉੱਥੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਇਹ ਕਹਿ ਗਏ ਕਿ ਅਸੀਂ ਲਾਹੌਰ ਚੱਲੇ ਹਾਂ ਤੇ ਉੱਥੇ ਸਾਡਾ ਸਿਰ ਲੱਗਣਾ ਹੈ। ਹੁਣ ਸਿਰ ਲੱਗਣ ਦਾ ਮਤਲਬ ਆਪਾਂ ਸਮਝੀਏ ਵੀ ਭਾਵੇਂ ਗੁਰੂ ਅਰਜਨ ਦੇਵ ਜੀ ਦਾ ਸਿਰ ਧੜ ਨਾਲ ਜੁੜਿਆ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਟਿਆ ਗਿਆ, ਪਰ ਧਰਮ ਦੀ ਖਾਤਰ ਜਿੰਨੀਆਂ ਵੀ ਸ਼ਹਾਦਤਾਂ ਹੁੰਦੀਆਂ ਨੇ ਉਹ ਸਿਰ ਲੱਗਦੇ ਨੇ। ਸਾਡੇ ਇਤਿਹਾਸ ਦੇ ਬੋਲ ਨੇ, ਸਿੱਖਾਂ ਨੂੰ ਕੀਤੀ ਸੁਪੁਰਦ, ਹਰ ਗੋਬਿੰਦ ਦੀ ਬਾਂਹ ਪਕੜਾਈ,
ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨਿਹਚਾ ਹੈ ਆਇਆ। ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਜਦੋਂ ਤੁਰੇ ਸਨ ਅੰਮ੍ਰਿਤਸਰ ਤੋਂ, ਕਹਿਣ ਲੱਗੇ ਸਾਡਾ ਸਿਰ ਲੱਗਣਾ ਹੈ, ਇਹ ਪੱਕਾ ਹੀ ਹੈ, ਬਸ ਤੁਸੀਂ ਇਹ ਗੱਲ ਸੋਚ ਲਓ ਵੀ ਲਾਹੌਰ ਅਸੀਂ ਚੱਲੇ ਹਾਂ ਤੇ ਉੱਥੇ ਆਹ ਕੁਝ ਵਾਪਰਨਾ। ਸਿੱਖਾਂ ਨੂੰ ਕੀਤੀ ਸਪੁਰਦ ਹਰਗੋਬਿੰਦ ਦੀ ਬਾਹ ਪਕੜਾਈ, ਸਾਡਾ ਲੱਗੇਗਾ ਸੀਸ ਨਿਹਚਾ ਹੈ ਆਇਆ। ਕਹਿਣ ਲੱਗੇ ਅਸੀਂ ਹੋਇਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ। ਛੁੱਟੇਗਾ ਸ਼ਰੀਰ ਸੰਸਾ ਨਹੀਂ ਕੋਏ, ਰਜਾਏ ਖੁਦਾਵੰਦ ਦੀ ਇਸੇ ਤਰ੍ਹਾਂ ਹੋਏ। ਧੰਨ ਬਾਬਾ ਦੀਪ ਸਿੰਘ ਜੀ ਜਿੱਥੇ ਗੁਰਬਾਣੀ ਦੇ ਰਸੀਏ ਸਨ, ਉੱਥੇ ਹੱਥੀ ਲੰਗਰ ਦੇ ਬਰਤਨ ਮਾਂਜਣ ਦੀ ਉਹ ਸੇਵਾ ਕਰਦੇ। ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਉਸ ਪਾਸਿਓਂ ਦੀ ਲੰਘ ਰਹੇ ਸਨ ਜਿੱਥੇ ਬਾਬਾ ਦੀਪ ਸਿੰਘ ਜੀ ਲੰਗਰ ਦੇ ਬਰਤਨ ਸਾਫ਼ ਕਰ ਰਹੇ ਸਨ। ਕੀ ਵੇਖਿਆ ਕਿ ਬਰਤਨ ਬਿਲਕੁਲ ਲਿਸ਼ਕਾਂ ਮਾਰ ਰਿਹਾ ਸੀ, ਸਾਫ਼ ਹੋ ਚੁੱਕਾ ਸੀ, ਪਰ ਬਾਬਾ ਦੀਪ ਸਿੰਘ ਜੀ ਅਜੇ ਵੀ ਉਸ ਬਰਤਨ ਨੂੰ ਮਾਂਜ ਰਹੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਦੀਪ ਸਿਆਂ ਵੀ ਬਰਤਨ ਤੇ ਸਾਫ਼ ਹੋ ਚੁੱਕਾ, ਲਿਸ਼ਕਾਂ ਮਾਰ ਰਿਹਾ ਤੇ ਅਜੇ ਵੀ ਮਾਂਜੀ ਜਾਣਾ। ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ, ਮੈਂ ਚਾਹੁੰਦਾ ਵੀ ਲੰਗਰ ਦਾ ਬਰਤਨ ਇੰਨਾ ਸਾਫ਼ ਹੋਵੇ ਵੀ ਨਾਲ ਦੀ ਨਾਲ ਲੰਗਰ ਦੇ ਬਰਤਨ ਮਾਂਜਿਆ ਮੇਰਾ ਮਨ ਵੀ ਮਾਂਜਿਆ ਜਾਵੇ। ਇਹ ਬਰਤਨ ਉਦੋਂ ਮੰਨਾਂਗਾ ਵੀ ਸਾਫ਼ ਹੋ ਗਿਆ ਜਦੋਂ ਇਸ ਬਰਤਨ ਦੇ ਵਿੱਚੋਂ ਦੀ ਮੇਰੀ ਤਸਵੀਰ ਨਜ਼ਰ ਆਉਣ ਲੱਗ ਪਵੇ, ਭਾਵ ਇੰਨਾ ਚਮਕੇ, ਇੰਨਾ ਲਿਸ਼ਕੇ ਕਿ ਇਹਦੇ ਵਿੱਚੋਂ ਮੇਰਾ ਚਿਹਰਾ ਨਜ਼ਰ ਆਵੇ। ਬਾਬਾ ਦੀਪ ਸਿੰਘ ਜੀ ਉਸ ਬਰਤਨ ਨੂੰ ਮਾਂਜੀ ਜਾ ਰਹੇ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਟਹਿਲਦੇ ਹੋਏ ਫਿਰ ਵਾਪਸ ਆਏ ਤੇ ਮੁਸਕਰਾ ਕੇ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਬਰਤਨ ਇੰਨਾ ਸਾਫ਼ ਹੋ ਚੁੱਕਾ, ਵੇਖੋ ਤੁਹਾਡੀ ਤਸਵੀਰ ਇਹਦੇ ਵਿੱਚੋਂ ਨਜ਼ਰ ਆ ਰਹੀ ਹੈ, ਅਜੇ ਵੀ ਮਾਂਜੀ ਜਾ ਰਹੇ ਹੋ। ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਅਜੇ ਗੱਲ ਨਹੀਂ ਬਣੀ, ਮੈਂ ਚਾਹੁੰਦਾ ਇਹ ਬਰਤਨ ਇੰਨਾ ਸਾਫ਼ ਹੋਵੇ ਵੀ ਇਹਦੇ ਸਾਹਮਣੇ ਖਲੋਤਾ ਮੈਂ ਹੋਵਾਂ, ਪਰ ਇਹਦੇ ਵਿੱਚੋਂ ਮੈਂ ਨਾ ਦਿਸਾਂ, ਮੈਂ ਮਨਪੀ ਹੋ ਜਾਵਾਂ, ਮੈਂ ਮਿਟ ਜਾਵਾਂ, ਪਰ ਇਹਦੇ ਵਿੱਚੋਂ ਮੈਨੂੰ ਤੁਸੀਂ ਦਿਖਾਈ ਦਿਓ। ਸਤਿਗੁਰੂ ਦੀ ਬਾਣੀ ਦੇ ਵੀ ਬਚਨ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਜਦੋਂ ਆਪਾ ਭਾਵ ਮਿਟਾ ਲਿਆ ਜਾਵੇ, ਜਦੋਂ ਆਪਾ ਮਨਫੀ ਕਰ ਲਿਆ ਜਾਵੇ, ਤੇ ਸੱਚਮੁੱਚ ਫਿਰ ਜਿੱਧਰ ਵੀ ਵੇਖਾਂਗੇ ਉਧਰ ਪ੍ਰਮਾਤਮਾ ਦਾ ਜਲਵਾ ਹੀ ਸਾਨੂੰ ਦਿਖਾਈ ਦੇਵੇਗਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਇੱਕ ਤੋਂ ਸ਼ੁਰੂ ਹੁੰਦਾ ਹੈ ਤੇ ਸਮਾਪਤੀ ਵੇਲੇ ਸਾਨੂੰ ਇਹ ਬਚਨ ਦ੍ਰਿੜ ਕਰਾਏ ਨੇ, ਸਭ ਨਾਨਕ ਬ੍ਰਹਮ ਪਸਾਰੋ, ਕਿ ਸਾਰਾ ਉਸ ਬ੍ਰਹਮ ਦਾ ਪਸਾਰਾ ਹੈ। ਆਰੰਭ ਵਿੱਚ ਬਚਨ ਦ੍ਰਿੜ ਕਰਾਇਆ ਕਿ ਪੱਥਰਾਂ ਦੀਆਂ ਮੂਰਤਾਂ ਨਾਲ ਨਾ ਜੁੜ ਜਾਈ, ਕੈਮਰੇ ਦੀਆਂ ਤਸਵੀਰਾਂ ਨਾਲ ਨਾ ਜੁੜ ਜਾਈ, ਕਿਸੇ ਪੇਂਟਰ ਦੀ ਬਣਾਈ ਤਸਵੀਰ ਦੀ ਪੂਜਾ ਨਾ ਕਰਨ ਲੱਗ ਪਈ, ਅਕਾਲ ਮੂਰਤ ਨੂੰ ਪੂਜੀ। ਤੇ ਸਤਿਗੁਰੂ ਜੀ ਜੇ ਅਕਾਲ ਮੂਰਤ ਨੂੰ ਪੂਜਾਂਗਾ ਤੇ ਕੀ ਮਿਲੇਗਾ? ਸਾਹਿਬ ਕਹਿੰਦੇ ਜੈਸਾ ਸੇਵੈ ਤੈਸਾ ਹੋਵੇ। ਪੱਥਰਾਂ ਨੂੰ ਪੂਜਣ ਵਾਲੇ ਪੱਥਰ ਬਣ ਜਾਣਗੇ ਤੇ ਜਿਹੜਾ ਅਕਾਲ ਮੂਰਤ ਦਾ ਪੁਜਾਰੀ ਬਣੇਗਾ ਪੱਕਾ ਹੀ ਹੈ। ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਕਹਿੰਦੇ ਇੱਕ ਦਿਨ ਉਹ ਰੱਬ ਦੀ ਮੂਰਤ ਬਣ ਜਾਵੇਗਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਤਿਗੁਰਾਂ ਨੇ ਸਾਨੂੰ ਅਕਾਲ ਮੂਰਤ ਨਾਲ ਜੋੜ ਕੇ ਤੇ ਸੋ ਮੂਰਤ ਭਗਵਾਨ ਤੱਕ ਦਾ ਸਫ਼ਰ ਕਰਨ ਦੀ ਪ੍ਰੇਰਨਾ ਕੀਤੀ ਹੈ ਕਿ ਜਿਹੜਾ ਰੱਬ ਦੀ ਮੂਰਤ ਬਣ ਜਾਵੇਗਾ ਸੱਚਮੁੱਚ ਜੀਵਨ ਉਹਦਾ ਸਫਲ ਹੈ, ਕਿਉਂਕਿ ਰੱਬ ਦਾ ਰੂਪ ਹੋਣਾ ਹੀ ਅਸਲ ਵਿੱਚ ਮਨੁੱਖਾ ਜੀਵਨ ਦਾ ਕਲਿਆਣ ਹੈ। ਜਿੱਥੇ ਜਾ ਕੇ ਕਹਿ ਦਿੱਤਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿੱਥੇ ਜਾ ਕੇ ਕਹਿ ਦਿੱਤਾ ਕਿ ਮੇਰੇ ਤੇਰੇ ਵਿੱਚ ਹੁਣ ਅੰਤਰ ਨਹੀਂ, ਨਾਮੇ ਨਰੈਣ ਨਾਹੀ ਭੇਦ, ਰਾਮ ਕਬੀਰੈ ਭੇਦ ਨਾ ਭਾਈ। ਸੇਵਕ ਤੇ ਮਾਲਕ ਇੱਕ ਹੋ ਜਾਂਦਾ ਹੈ, ਸੰਤ ਤੇ ਅਨੰਤ ਵਿੱਚ ਕੋਈ ਫਰਕ ਨਹੀਂ, ਭਗਤ ਤੇ ਭਗਵੰਤ ਇੱਕ ਰੂਪ ਹੋ ਜਾਂਦੇ ਨੇ। ਉੱਥੇ ਜਾ ਕੇ ਫਿਰ ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਲਾਈ। ਉੱਥੇ ਜਾ ਕੇ ਗੁਰੂ ਸਿੱਖ ਨੂੰ ਆਪਣਾ ਰੂਪ ਕਹਿ ਕੇ ਆਪਣਾ ਨਿਵਾਸ ਆਪਣਾ ਟਿਕਾਣਾ ਸਿੱਖ ਦੇ ਵਿੱਚ ਦੱਸਦਾ ਹੈ, ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਆਨੰਦਪੁਰ ਸਾਹਿਬ ਦੀ ਧਰਤੀ ਤੇ
ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਜੰਗਾਂ ਯੁੱਧਾਂ ਦੀ ਮਹਾਨਤਾ ਦੱਸੀ, ਨਾਲ ਇਹ ਵੀ ਸਪਸ਼ਟ ਕੀਤਾ ਕਿ ਅਵਰ ਵਾਸ਼ਨਾ ਨਾਹੇ ਪ੍ਰਭ ਧਰਮ ਯੁੱਧ ਕਹਿ ਚਾਏ। ਤਿੰਨ ਤਰ੍ਹਾਂ ਦੇ ਯੁੱਧ ਲੜੇ ਜਾਂਦੇ ਸਨ, ਜਾਰ ਜੋਰੂ ਤੇ ਜ਼ਮੀਨ ਦੀ ਖਾਤਰ, ਪਰ ਇਹ ਚੌਥੇ ਕਿਸਮ ਦੇ ਯੁੱਧ ਸਨ ਜਿਹਨੂੰ ਧਰਮ ਯੁੱਧ ਕਿਹਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਪਸ਼ਟ ਵੀ ਕੀਤਾ ਸੀ ਕਿ ਸਾਡਾ ਮਨੋਰਥ ਕੋਈ ਬੰਦੇ ਮਾਰਨਾ ਨਹੀਂ, ਕੋਈ ਖੂਨ ਖਰਾਬਾ ਕਰਨਾ ਨਹੀਂ। ਬਿਨਾ ਵਜ੍ਹਾ ਹਮ ਖੁਦ ਨਹੀਂ ਚਾਹਤੇ ਕਿ ਜੰਗ ਹੋ, ਹਾਂ ਉਨਸੇ ਲੜेंगे ਜਿਨੇ ਲੜਨੇ ਕੀ ਉਮੰਗ ਹੋ। ਜਿਹੜਾ ਚੜ੍ਹਾਈ ਕਰਕੇ ਆਵੇਗਾ ਭੀਮ ਚੰਦ ਵਾਂਗ, ਸੂਬਾ ਸਰਹੰਦ ਵਾਂਗ, ਉਹਨੂੰ ਫਿਰ ਜ਼ਰੂਰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਸਾਹਿਬ ਕਹਿਣ ਲੱਗੇ ਉਵੇਂ ਅਸੀਂ ਵੀ ਅਮਨ ਚਾਹੁੰਦੇ ਹਾਂ। ਸਤਿਗੁਰਾਂ ਦੇ ਤੀਰਾਂ ਅੱਗੇ ਸੋਨਾ ਲੱਗਾ ਹੁੰਦਾ ਸੀ, ਜਿਹਦਾ ਮਨੋਰਥ ਸੀ ਕਿ ਜੇ ਕੋਈ ਫੱਟੜ ਹੋ ਜਾਵੇ ਉਹ ਇਲਾਜ ਕਰਵਾ ਲਵੇ, ਜੇ ਕੋਈ ਗਰੀਬ ਹੋਵੇ ਤੇ ਉਹਦੇ ਘਰ ਦੀ ਗਰੀਬੀ ਦੂਰ ਹੋ ਜਾਵੇ। ਗਰੀਬ ਨਵਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਸਿੱਖਾਂ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ, ਜੰਗਾਂ ਯੁੱਧਾਂ ਦੇ ਅਭਿਆਸ ਕਰਵਾ ਕੇ ਨਾਲੇ ਇਹ ਬਚਨ ਕਹੇ ਕਿ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਜੰਗ ਯੁੱਧ ਜਿੱਤੇ ਨੇ ਨਾ, ਗੁਰੂ ਘਰ ਦੇ ਵਿੱਚ ਸਭ ਤੋਂ ਵੱਡੀ ਥਾਂ ਜਿਹੜੀ ਹੈ ਉਹ ਉਹਨਾਂ ਦੀ। ਇਹ ਜਦੋਂ ਸੁਣਿਆ ਕਿਸੇ ਕਰਮਕਾਂਡੀ ਨੇ, ਕਿਸੇ ਅਖੌਤੀ ਉੱਚ ਜਾਤੀ ਵਾਲੇ ਨੇ, ਉਹਨਾਂ ਆ ਕੇ ਰੋਸ ਪ੍ਰਗਟ ਕੀਤਾ, ਸਤਿਗੁਰੂ ਜੀ ਇਹ ਭਾਰਤ ਦੀ ਧਰਤੀ ਹੈ, ਇੱਥੋਂ ਦੇ ਲੋਕ ਤਾਂ ਸਾਨੂੰ ਆਪਣਾ ਆਗੂ ਮੰਨਦੇ ਨੇ। ਜਦੋਂ ਕੋਈ ਵੀ ਮਹਾਨ ਕਾਰਜ ਕਰਨ ਤੇ ਪਹਿਲੀ ਥਾਲੀ ਸਾਡੇ ਲਈ ਕੱਢੀ ਜਾਂਦੀ, ਸਾਡੇ ਲਈ ਵੱਖਰੀਆਂ ਪੰਗਤਾਂ ਲਾਈਆਂ ਜਾਂਦੀਆਂ ਨੇ, ਤੁਸੀਂ ਸਾਨੂੰ ਚੇਤੇ ਹੀ ਨਹੀਂ ਕੀਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਗਇਓ ਯਾਦ ਤੇ ਭੂਲ ਨਾ ਕੋਪ ਚਤਾਰੋ। ਸਾਨੂੰ ਤੁਹਾਡੀ ਯਾਦ ਹੀ ਨਹੀਂ ਆਈ, ਸ਼ਾਂਤ ਹੋਵੋ, ਕ੍ਰੋਧ ਵਿੱਚ ਨਾ ਆਵੋ। ਦੱਸ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਯਾਦ ਉਹਨਾਂ ਦੀ ਨਹੀਂ ਆਉਂਦੀ ਜਿਨ੍ਹਾਂ ਦੀ ਲੋੜ ਹੀ ਨਾ ਹੋਵੇ। ਸਾਹਿਬ ਕਹਿਣ ਲੱਗੇ ਤੁਹਾਡੇ ਵਰਗੇ ਵਿਹਲੜਾਂ ਦੀ ਲੋੜ ਨਹੀਂ, ਨਾ ਅਸੀਂ ਤੁਹਾਨੂੰ ਦਾਨ ਕਰੀਏ, ਨਾ ਤੁਹਾਡੀ ਸੇਵਾ ਕਰੀਏ, ਨਾ ਤੁਹਾਡੀ ਪਹਿਲੀ ਥਾਲੀ ਕੱਢੀਏ। ਉਹ ਕ੍ਰੋਧ ਵਿੱਚ ਆਏ, ਕਹਿਣ ਲੱਗੇ ਫਿਰ ਤੁਸੀਂ ਕਿਹਨਾਂ ਨੂੰ ਦਾਨ ਕਰੋਗੇ, ਕਿਹਨਾਂ ਦੀ ਸੇਵਾ ਕਰੋਗੇ। ਸਾਹਿਬ ਦੇ ਕੋਲ ਸਿਪਰ ਸਲਾਰ ਯੋਧੇ ਜਿਨ੍ਹਾਂ ਨੇ ਜੰਗਾਂ ਯੁੱਧਾਂ ਦੇ ਵਿੱਚ ਸਹਾਇਤਾ ਕੀਤੀ, ਦੇਸ਼ ਦੀ ਆਜ਼ਾਦੀ ਲਈ, ਜਿਨ੍ਹਾਂ ਨੇ ਮਨੁੱਖਤਾ ਦੇ ਹੱਕਾਂ ਲਈ, ਸੱਚ ਧਰਮ ਲਈ ਜਾਨਾਂ ਵਾਰਨ ਵਾਸਤੇ ਹਮੇਸ਼ਾ ਆਪਣੇ ਆਪ ਨੂੰ ਸਤਿਗੁਰੂ ਸਾਹਿਬ ਜੀ ਵੱਲੋਂ ਲੜੇ ਗਏ ਧਰਮ ਯੁੱਧਾਂ ਦੇ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਸਮਰਪਿਤ ਹਾਂ। ਸਾਹਿਬ ਕਹਿਣ ਲੱਗੇ ਸੇਵ ਕਰੀ ਇਨਹੀ ਕੀ ਭਾਵਤ, ਔਰ ਆਨ ਕੀ ਸੇਵ ਸੁਹਾਤ ਨਾ ਜੀ ਕੋ। दान दियो इन्हीं को भलो और आन को दान न लागत नीको। क्यों? क्योंकि युद्ध जिते इन्हीं के प्रसाद, इन्हीं के प्रसाद सो दान करे। अग औग टरे इन्हीं के प्रसाद, इन्हीं की कृपा पुन धाम भरे। इन्हीं के प्रसाद सुविद्या लई, इन्हीं की कृपा सब छतर मरे। ते बाबा दीप सिंह वर्गे सिपर सलार योधे जिहड़े खड़े सन, उन्हां वल इशारा करके कहा सी, इन्हीं की कृपा के सजे हम है, नहीं मोसे गरीब करोड़ परे। ਇਹੋ ਜਿਹਾ ਰਹਿਬਰ ਕੋਈ ਨਹੀਂ ਜੇ ਦੁਨੀਆ ਵਿੱਚ। ਪੜੋ ਈਸਾ ਜੀ ਨੂੰ, ਉਹ ਕਹਿੰਦੇ ਆ ਮੇਰੀ ਉਮਤ ਭੇਡਾਂ ਬੱਕਰੀਆਂ, ਮੈਂ ਇਹਨਾਂ ਦਾ ਰਾਖਾ ਹਾਂ। ਪੜੋ ਗੁਰੂ ਕੀ ਬਾਣੀ ਨੂੰ, ਉਹਦੇ ਵਿੱਚ ਪੰਡਤ ਬਾਰੇ ਕਿਹਾ ਗਿਆ ਕਿ ਪੰਡਤ ਆਪਣੇ ਆਪ ਨੂੰ ਗਵਾਲਾ ਤੇ ਆਪਣੀ ਕੌਮ ਨੂੰ ਗਊਆਂ ਕਹਿੰਦਾ ਸੀ। ਇਸੇ ਲਈ ਭਗਤ ਕਬੀਰ ਸਾਹਿਬ ਨੇ ਬਗਾਵਤ ਕਰਕੇ ਕਿਹਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਕਹਿਣ ਲੱਗੇ ਤੂੰ ਸਾਡਾ ਕਾਹਦਾ ਆਗੂ ਹੈ, ਆਪਣੇ ਆਪ ਨੂੰ ਗਵਾਲਾ ਤੇ ਸਾਨੂੰ ਗਊਆਂ ਕਹਿੰਦਾ, ਪਰ ਫਿਰ ਵੀ ਇੱਕ ਪੱਖਪਾਤ ਕਰਦਾ, ਸਾਨੂੰ ਜੁਲਾ ਕਹਿ ਕੇ, ਸ਼ੂਦਰ ਕਹਿ ਕੇ, ਗਰੀਬ ਕਹਿ ਕੇ ਸਾਨੂੰ ਪਰੇ ਰੱਖਦਾ। ਜੇ ਸੱਚੀ ਮੁੱਚੀ ਤੂੰ ਗਵਾਲਾ ਹੈ, ਸਾਨੂੰ ਗਊਆਂ ਕਹਿੰਦਾ, ਤੇ ਫਿਰ ਅਧਿਆਤਮਕ ਖੁਰਾਕ ਦਾ ਘਾਹ ਕਦੇ ਸਾਨੂੰ ਪਾਇਆ? ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਕਹਿਣ ਲੱਗੇ ਹਮ ਗੋਰੂ ਤੁਮ ਗੁਆਰ ਗੁਸਾਈ। ਪਹਿਲੀ ਗੱਲ ਤੇ ਵੀ ਏਡਾ ਵਿਤਕਰਾ ਵੀ ਆਪਣੇ ਆਪ ਨੂੰ ਗਵਾਲਾ ਤੇ ਸਾਨੂੰ ਗਊਆਂ ਕਹਿੰਦਾ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨਾ ਪਾਰ ਉਤਾਰ ਚਰਾਇਓ। ਚਰਾਇਓ ਦਾ ਅਰਥ ਹੁੰਦਾ ਜਿਵੇਂ ਗਊਆਂ ਨੂੰ ਚਾਰਨ ਵਾਸਤੇ ਲੈ ਕੇ ਜਾਂਦੇ ਆ ਨਾ। ਕਬਹੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਇਸ ਕਰਕੇ ਕਹਿੰਦੇ ਅਸੀਂ ਤੇਰੀ ਅਗਵਾਈ ਨਹੀਂ ਮੰਨਣੀ,
ਸਾਨੂੰ ਤੇ ਸੱਚੀ ਮੁੱਚੀ ਇਹੋ ਜਿਹਾ ਆਗੂ ਚਾਹੀਦਾ ਜਿਹੜਾ ਕਵੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਵੱਲ ਇਸ਼ਾਰਾ ਕਰਕੇ ਕਿਹਾ, ਮੈਂ ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਸਹਾਇਤਾ ਨਾਲ ਜੰਗ ਜੁੱਧ ਜਿੱਤੇ ਤੇ ਇਹਨਾਂ ਦੀ ਕਿਰਪਾ ਦੇ ਨਾਲ ਮੈਂ ਸੱਜਿਆ ਹਾਂ। ਤੇ ਸੱਚੀ ਮੁੱਚੀ ਜੇ ਆਹ ਨੁਕਤਾ ਅਸੀਂ ਆਪਣੇ ਘਰਾਂ ਵਿੱਚ ਲਾਗੂ ਕਰ ਲਈਏ, ਸਮਾਜ ਵਿੱਚ ਲਾਗੂ ਕਰ ਲਈਏ, ਤੇ ਸਾਰੇ ਝਗੜੇ ਖਤਮ ਹੋ ਜਾਣਗੇ। ਪਤਾ ਸਾਡੇ ਘਰ ਵਿੱਚ ਝਗੜਾ ਕਿਉਂ ਹੁੰਦਾ, ਕਿਉਂ ਰਿਸ਼ਤੇ ਟੁੱਟਦੇ ਨੇ, ਕਿਉਂ ਤਲਾਕ ਤੱਕ ਗੱਲ ਜਾਂਦੀ ਹੈ? ਆਪਾਂ ਇੱਕੋ ਗੱਲ ਹੀ ਕਹਿੰਦੇ ਵੀ ਜਿਹੜਾ ਘਰ ਦਾ ਮੁਖੀ ਹੈ ਨਾ, ਉਹੀ ਉਹ ਘਰ ਚਲਾਉਂਦਾ। ਤੇ ਜੇ ਘਰ ਦੇ ਮੁਖੀ ਨੂੰ ਇਹ ਸਮਝ ਆ ਜੇ ਵੀ ਜਿਹੜੀ ਤੇਰੇ ਤੋਂ ਪਹਿਲਾਂ ਸਵੇਰ ਦੀ ਉੱਠੀ ਹੈ, ਜਿਨੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਰਸੋਈ ਘਰ ਵਿੱਚ ਜਾ ਕੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ, ਬੱਚੇ ਤਿਆਰ ਕਰਕੇ ਸਕੂਲ ਭੇਜੇ, ਵਿਹੜਾ ਧੋਤਾ, ਕੱਪੜੇ ਧੋਤੇ, ਇਹਨੇ ਨੂੰ ਦੁਪਹਿਰ ਵੇਲਾ ਹੋ ਗਿਆ, ਫਿਰ ਉਹਨੇ ਦੁਪਹਿਰ ਵੇਲਾ ਤਿਆਰ ਕੀਤਾ, ਭਾਂਡੇ ਮਾਂਜੇ, ਘਰ ਦੀ ਸਫਾਈ ਕੀਤੀ, ਇਹਨੇ ਨੂੰ ਰਾਤ ਵੇਲਾ ਹੋ ਗਿਆ। ਜਿਹੜੀ ਤੇਰੇ ਤੋਂ ਪਹਿਲਾਂ ਉੱਠੀ ਤੇ ਬਾਅਦ ਵਿੱਚ ਸੌਣਾ, ਤੂੰ ਕਹੀ ਜਾਣਾ ਵੀ ਘਰ ਮੇਰੇ ਕਰਕੇ ਚੱਲਦਾ। ਝਗੜਾ ਤੇ ਇਸੇ ਕਰਕੇ ਹੈ, ਜਿਸ ਦਿਨ ਤੂੰ ਉਹਦੇ ਵੱਲ ਇਸ਼ਾਰਾ ਕਰਕੇ ਕਹਿ ਦਵੇਂਗਾ ਘਰ ਕੇਵਲ ਮੈਂ ਨਹੀਂ, ਜੇ ਮੈਂ ਖੇਤਾਂ ਵਿੱਚ, ਦੁਕਾਨ ਵਿੱਚ ਜਾਂ ਹੋਰ ਥਾਵਾਂ ਤੇ ਕਿਰਤ ਕਰਦਾ, ਤੇ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦਾ ਕੰਮ ਕਰ ਰਹੀ ਹੈ, ਮੇਰੇ ਨਾਲ ਮੇਰਾ ਸਹਿਯੋਗ ਕਰ ਰਹੀ ਹੈ, ਉਹਦੀ ਸਹਾਇਤਾ ਕਰਕੇ ਹੀ ਮੇਰਾ ਘਰ ਚੱਲ ਰਿਹਾ, ਤੇ ਸਾਡੇ ਘਰਾਂ ਦੇ ਝਗੜੇ ਖਤਮ ਹੋ ਜਾਣਗੇ। ਅੱਜ ਇੱਕ ਫੈਕਟਰੀ ਦਾ ਮਾਲਕ ਇਹ ਨਾ ਕਵੇ ਵੀ ਫੈਕਟਰੀ ਮੇਰੇ ਕਰਕੇ ਚੱਲਦੀ, ਉਹ ਕਵੇ ਇੱਕ ਮਜ਼ਦੂਰ ਤੋਂ ਲੈ ਕੇ ਇੰਜੀਨੀਅਰ ਤੱਕ ਤੇ ਮੈਨੇਜਰ ਤੱਕ ਹਰ ਬੰਦੇ ਦਾ ਸਹਿਯੋਗ ਹੈ ਤੇ ਫਿਰ ਮੇਰੀ ਫੈਕਟਰੀ ਚੱਲਦੀ ਹੈ। ਸੱਚੀ ਮੁੱਚੀ ਜਿੱਦਣ ਦੇਸ਼ ਦਾ ਹਾਕਮ ਇਹ ਸਮਝ ਲਵੇਗਾ ਕਿ ਦੇਸ਼ ਸਾਰਿਆਂ ਦੇ ਸਹਿਯੋਗ ਨਾਲ ਚੱਲਦਾ, ਫਿਰ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ। ਜਦੋਂ ਹੰਕਾਰੀ ਬਣ ਜਾਂਦਾ ਹੈ ਨਾ ਵੀ ਸ਼ਾਇਦ ਦੇਸ਼ ਮੈਂ ਹੀ ਚਲਾ ਰਿਹਾ, ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਨੇ, ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਮਾਨਾ। ਹਾਕਮ ਤਾਂ ਇੱਕੋ ਹੀ ਹੁੰਦਾ ਪਰ ਪ੍ਰਜਾ ਇੱਕ ਨਹੀਂ ਹੁੰਦੀ, ਪ੍ਰਜਾ ਹਿੰਦੂ ਵੀ ਹੈ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ। ਤੇ ਜੇ ਰਾਜਾ ਇਹ ਗੱਲ ਸਮਝ ਲਵੇ ਤੇ ਦੇਸ਼ ਦੇ ਝਗੜੇ ਖਤਮ ਹੋ ਜਾਣਗੇ, ਪਰ ਉਹ ਸਮਝਦਾ ਨਹੀਂ। ਸਤਿਗੁਰੂ ਜੀ ਨੇ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਇੰਨਾ ਮਾਣ ਦਿੱਤਾ ਕਿ ਇਕੱਲਾ ਸਾਡੇ ਕਰਕੇ ਨਹੀਂ ਭਾਈ, ਤੁਹਾਡੇ ਕਰਕੇ ਐਸ ਅਵਸਥਾ ਤੱਕ ਜਿਹੜੇ ਅਸੀਂ ਪਹੁੰਚੇ ਹਾਂ, ਇਨਹੀ ਕੀ ਕਿਰਪਾ ਕੇ ਸਜੇ ਹਾਂ ਮੈਂ, ਨਹੀਂ ਮੋਸੇ ਗਰੀਬ ਕਰੋੜ ਪਰੇ। ਅੱਜ ਤੋਂ ਬਾਅਦ ਆਪਣੇ ਘਰ ਸਾਰਿਆਂ ਨੂੰ ਇੱਕੋ ਜਿਹਾ ਮਾਣ ਦੇਣਾ ਸ਼ੁਰੂ ਕਰ ਦਿਓ, ਘਰ ਦੇ ਝਗੜੇ ਖਤਮ ਹੋ ਜਾਣਗੇ। ਆਪਾਂ ਜਿਸ ਇਲਾਕੇ ਵਿੱਚ ਵਿਚਰਦੇ ਹਾਂ, ਸਮਾਜ ਵਿੱਚ ਵਿਚਰਦੇ ਹਾਂ, ਇਹ ਨਾ ਕਹੀਏ ਵੀ ਸਾਡੇ ਕਰਕੇ ਸਾਰਾ ਕੁਝ ਹੈ, ਨਹੀਂ, ਸਾਰਿਆਂ ਦੇ ਸਹਿਯੋਗ ਕਰਕੇ ਹੈ। ਇੱਕ ਸਬਜ਼ੀ ਵੇਚਣ ਵਾਲੇ ਦੀ ਆਪਣੀ ਡਿਊਟੀ ਹੈ, ਡਾਕਟਰ ਦਾ ਆਪਣਾ ਧਰਮ ਹੈ, ਇੰਜੀਨੀਅਰ ਦੀ ਬੜੀ ਵੱਡੀ ਸਾਨੂੰ ਲੋੜ ਹੈ। ਇਸੇ ਤਰ੍ਹਾਂ ਹਰ ਖੇਤਰ ਦੇ ਵਿੱਚ ਜਿਹੜਾ ਵੀ ਵਿਅਕਤੀ ਹੈ, ਉਹਨਾਂ ਸਾਰਿਆਂ ਦੇ ਸਹਿਯੋਗ ਕਰਕੇ ਸਾਡੀ ਰੋਜ਼ਮਰਾ ਜ਼ਿੰਦਗੀ ਜਿਹੜੀ ਹੈ ਉਹ ਚੱਲ ਰਹੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਥਾਪੜਾ ਲੈ ਕੇ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਪਹੂਵਿੰਡ ਵਿਖੇ ਆਉਂਦੇ ਤੇ ਆ ਕੇ ਪਿਤਾ ਪੁਰਖੀ ਕਿਰਤ ਕਰਦੇ, ਤੇ ਨਾਲੇ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦੇ, ਸਤਿਗੁਰੂ ਦੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ। ਇਸੇ ਲਈ ਉਹਨਾਂ ਨੂੰ ਸੂਰਮਾ ਕਿਹਾ ਗਿਆ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਂਕੈ, ਜਾਂਕਾ ਸਤਿਗੁਰ ਪੂਰਾ। ਕਵੀ ਸੰਤੋਖ ਸਿੰਘ ਹੋਣਾ ਨੇ ਇੱਕ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੀ ਸੋਹਣੀ ਸਿੱਖਿਆ ਦਿੱਤੀ ਕਿ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਤੇ ਇਹ ਕਵੇ ਵੀ ਮੈਨੂੰ ਅੰਮ੍ਰਿਤ ਛਕਣ ਤੋਂ ਬਿਨਾਂ ਹੀ ਤੁਸੀਂ ਸਿੱਖ ਕਹੋ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੰਗ ਵਿੱਚ ਰੰਗਿਆ ਨਾ ਜਾਵਾਂ ਤੇ ਫਿਰ ਮੇਰਾ ਜੀਵਨ ਸਫਲ ਹੋ ਜਾਵੇ। ਕਵੀ ਸੰਤੋਖ ਸਿੰਘ ਕਹਿਣ ਲੱਗੇ, ਸਿੱਖਾ ਤੂੰ ਸਰੀਰ ਕਰਕੇ ਇੰਨੀ ਤਰੱਕੀ ਕਰੇ ਕਿ ਕਾਰੂ ਕੋਲ ਤਾਂ ਕੇਵਲ 40 ਗੰਜ ਸਨ, 40 ਵੱਖਰੇ ਵੱਖਰੇ ਖਜ਼ਾਨੇ ਮਾਇਆ ਦੇ, ਇੱਕ ਸੋਨੇ ਦਾ, ਇੱਕ ਚਾਂਦੀ ਦਾ, ਇੱਕ ਹੀਰਿਆਂ ਦਾ, ਇੱਕ ਜਵਾਹਰਾਤ ਦਾ। ਤੇਰੇ ਕੋਲ ਜੇ ਕਿਤੇ ਕਰੋੜਾਂ ਪ੍ਰਕਾਰ ਦੇ ਖਜ਼ਾਨੇ ਭਰੇ ਹੋਣ, ਤੇਰੀਆਂ ਉੱਚੀਆਂ ਅਟਾਰੀਆਂ ਤੇ ਤੇਰੇ ਨਾਮ ਦੇ ਝੰਡੇ ਝੁੱਲਦੇ ਹੋਣ,
ਤੂੰ ਇੱਕ ਨੂੰ ਆਵਾਜ਼ ਮਾਰੇ ਤੇ ਸਾਰੇ ਤੇਰੇ ਨਾਲ ਤੁਰ ਪੈਣ। ਜੇ ਏਡੀ ਵੱਡੀ ਉੱਚੀ ਪੋਜੀਸ਼ਨ ਤੇ ਵੀ ਤੂੰ ਪਹੁੰਚ ਗਿਆ, ਪਰ ਸਭ ਕੁਝ ਪ੍ਰਾਪਤ ਕਰਕੇ ਵੀ ਤੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੰਗ ਵਿੱਚ ਆਪਣੇ ਆਪ ਨੂੰ ਨਹੀਂ ਰੰਗਿਆ, ਤੇ ਇਹ ਸਾਰਾ ਕੁਝ ਵਿਅਰਥ ਹੈ, ਕਿਸੇ ਕੰਮ ਆਉਣ ਵਾਲਾ ਨਹੀਂ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਕੋਟਨ ਕੋਸ਼ ਕੇ ਕੋਸ਼ ਭਰੇ ਬਹੁ ਰੰਗ ਤੁਰੰਗ ਕੁਰੰਗ ਸੁਰੰਗੇ, ਕੰਚਨ ਪੈਰ ਜੰਜੀਰ ਬੱਧੇ ਨਿਤ ਝੁੱਲੇ ਅਟਾਰੀ ਸੰਗ ਮਤੰਗੇ, ਆਂਗਨ ਮੈਂ ਅੰਗਨਾ ਅਰ ਅੰਗਨਾ ਮੈਂ ਆਂਗਨ, ਜਿਨ੍ਹਾਂ ਦੇਖ ਮਨ ਚਾਓ ਉਠੰਦੇ, ਏਤੇ ਭਏ ਬਾਦ ਜੋ ਪੈ ਗੁਰੂ ਗੋਬਿੰਦ ਸਿੰਘ ਕੇ ਰੰਗ ਨ ਰੰਗੇ। ਬਾਬਾ ਦੀਪ ਸਿੰਘ ਜੀ ਜਿੱਥੇ ਭਗਤੀ ਦੇ ਰੰਗ ਵਿੱਚ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਰੰਗ ਵਿੱਚ ਵੀ ਆਪਣੇ ਆਪ ਨੂੰ ਰੰਗ ਰਹੇ ਸਨ। ਇਸੇ ਕਰਕੇ ਕਿਸੇ ਕਵੀ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਨੂੰ ਵੇਖ ਕੇ ਕਿਹਾ, ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਵੀ ਇੱਕੋ ਸਿੱਖ ਵਿੱਚ ਇੰਨੇ ਗੁਣ ਭਰ ਦਿੱਤੇ। ਲੈ ਕਰ ਦੋ ਤਾਰਾ ਗਾਵੇ ਸੰਗਤ ਮੈਂ ਵਾਰ ਆਸਾ, ਪਕੜ ਦੋ ਧਾਰਾ ਬਾਹੇ ਛਤਰ ਸਿਰ ਆਰਾ ਹੈ। ਜਿਹੜਾ ਸਿੱਖ ਦੋ ਤਾਰਾ ਸਾਜ ਲੈ ਕੇ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੈ, ਜੇ ਲੋੜ ਪਈ ਤੇ ਦੋ ਧਾਰਾ 18 ਸ਼ੇਰ ਦਾ ਖੰਡਾ ਖੜਕਾਉਣ ਵਾਸਤੇ ਵੀ ਤੁਰ ਪੈਂਦਾ। ਲੈ ਕਰ ਦੋ ਤਾਰਾ ਗਾਵੇ ਸੰਗਤ ਮੇ ਵਾਰ ਆਸਾ, ਪਕੜ ਦੋ ਧਾਰਾ ਬਾਹੇ ਛਤਰ ਸਿਰ ਆਰਾ ਹੈ। ਕੜਸ਼ੀ ਲੈ ਹਾਥ ਵਰਤਾਵਤ ਅਟੁੱਟ ਦੇਗ, ਕਠਨ ਕੁਦੰਡ ਬਾਣ ਵੇਦ ਕਰੇ ਪਾਰਾ ਹੈ। ਭਗਤ ਪ੍ਰੇਮ ਗਿਆਨ ਔ ਵੈਰਾਗ ਕੀ ਸੁਣਾਵੇਂ ਕਥਾ, ਚੜ ਕੇ ਤੁਰੰਗ ਜੰਗ ਲਲਕਾਰਾ ਹੈ। ਤਤ ਗਿਆਨੀ ਗਿਰਹੀ ਉਦਾਸੀ ਜੋਧਾ, ਵਾਹ ਵਾਹ ਦਸ਼ਮੇਸ਼ ਜੀ ਕਾ ਖਾਲਸਾ ਨਿਆਰਾ ਹੈ। ਇੱਕੋ ਸਿੱਖ ਵਿੱਚ ਇੰਨੇ ਗੁਣ ਭਰ ਦਿੱਤੇ ਕਿ ਉਹ ਲੰਗਰ ਦੀ ਸੇਵਾ ਵੀ ਕਰਦਾ ਹੈ, ਉਹ ਗੁਰਬਾਣੀ ਦੀ ਸੰਥਿਆ ਔਰ ਗੁਰਬਾਣੀ ਦੇ ਅਰਥ ਬੋਧ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਦੂਸਰਿਆਂ ਤੱਕ ਗੁਰੂ ਕੀ ਬਾਣੀ ਦੀ ਸਿੱਖਿਆ ਨੂੰ ਵੰਡਣ ਦਾ ਮਹਾਨ ਉਹਨਾਂ ਨੂੰ ਸੁਭਾਗ ਪ੍ਰਾਪਤ ਹੁੰਦਾ ਹੈ। ਸੱਚੀ ਮੁੱਚੀ ਗੁਰੂ ਪਿਆਰਿਓ, ਅੱਜ ਸਾਡੇ ਪਿੰਡ ਦੇ ਬਾਰ-ਬਾਰ ਕੋਈ ਆ ਕੇ ਅਨਾਉਂਸ ਕਰਾਵੇ ਨਾ ਕਿ ਸਰਕਾਰੀ ਤੌਰ ਤੇ ਕੋਈ ਖਜ਼ਾਨਾ ਆਇਆ ਤੇ ਉਹਨੂੰ ਵੰਡਣ ਵਾਸਤੇ ਫਲਾਣੇ ਆਏ ਨੇ, ਆਓ ਤੁਸੀਂ ਉਸ ਖਜ਼ਾਨੇ ਨੂੰ, ਅੰਨ ਦਾਣੇ ਨੂੰ ਆਪਣੇ ਘਰਾਂ ਵਿੱਚ ਲੈ ਕੇ ਜਾਓ ਤੇ ਵੇਖੋ ਕਿਵੇਂ ਲੋਕੀ ਭੱਜੀ ਜਾਂਦੇ ਨੇ। ਸੱਚੀ ਮੁੱਚੀ ਇਹ ਪਰਿਵਾਰ ਜਿਹੜਾ ਉਪਰਾਲਾ ਕਰਦਾ ਹੈ ਨਾ, ਇਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤੇ ਇਹਨੂੰ ਵੰਡਣ ਵਾਸਤੇ ਕਦੇ ਆਉਂਦੇ ਨੇ ਗੁਰੂ ਕੇ ਕੀਰਤਨੀਏ, ਕਦੇ ਕਥਾਵਾਚਕ, ਕਦੇ ਢਾਡੀ, ਕਦੇ ਕਵੀਸ਼ਰ। ਗੁਰੂ ਕੀ ਬਾਣੀ ਦਾ ਖਜ਼ਾਨਾ ਵੰਡਿਆ ਜਾਂਦਾ ਹੋਵੇ ਤੇ ਆਪਾਂ ਝੋਲੀਆਂ ਭਰ ਲਈਏ। ਸੱਚੀ ਮੁੱਚੀ ਸਾਹਿਬ ਕਹਿੰਦੇ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਪਹਿਲਾਂ ਗੁਰੂ ਕੀ ਬਾਣੀ ਦਾ ਅਖੰਡ ਪਾਠ ਸਾਹਿਬ ਚੱਲਦਾ ਹੈ, 48 ਘੰਟੇ ਉਹ ਖਜ਼ਾਨਾ ਵੰਡਿਆ ਜਾਂਦਾ ਹੈ। ਫਿਰ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ, ਕਥਾ ਵਿਚਾਰਾਂ ਹੋਈਆਂ। ਇਹ ਗੁਰੂ ਕੀ ਬਾਣੀ ਦੇ ਖਜ਼ਾਨੇ ਨੂੰ ਵਰਤਾਉਣ ਦਾ ਉਪਰਾਲਾ ਹੈ। ਤੇ ਜਿਹੜੇ ਬਚਨ ਸਤਿਗੁਰਾਂ ਨੇ ਬਾਣੀ ਵਿੱਚ ਕਹੇ ਨੇ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ, ਉਹ ਕਈ ਵਾਰ ਅਸੀਂ ਸਮਝਦੇ ਹਾਂ ਵੀ ਸ਼ਾਇਦ ਲੰਗਰ ਤੱਕ ਸੀਮਤ ਨੇ। ਨਹੀਂ, ਉਹ ਇਸ ਖਜ਼ਾਨੇ ਬਾਰੇ ਕਹੇ ਨੇ ਵੀ ਆਹ ਜਿਹੜਾ ਖਜ਼ਾਨਾ ਹੈ ਨਾ, ਇਹਨੂੰ ਖਾਣਾ ਵੀ ਹੈ, ਵਰਤਣਾ ਵੀ ਹੈ, ਤੇ ਫਿਰ ਅੱਗੇ ਵੰਡਣਾ ਵੀ ਹੈ। ਤੇ ਜਦੋਂ ਆਪਾਂ ਗੁਰਮਤਿ ਸਮਾਗਮ ਕਰਾਉਂਦੇ ਆ, ਇਹਦੇ ਵਰਗਾ ਪੁੰਨ ਹੀ ਕੋਈ ਨਹੀਂ, ਕਿਉਂਕਿ ਇਹ ਗੁਰਬਾਣੀ ਦਾ ਖਜ਼ਾਨਾ ਵੰਡਣ ਦੀ ਇੱਕ ਬਹੁਤ ਵੱਡੀ ਜਿਹੜੀ ਸੇਵਾ ਹੈ, ਉਹ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ। ਤੇ ਜਦੋਂ ਗੁਰੂ ਕੀ ਬਾਣੀ ਦਾ ਖਜ਼ਾਨਾ ਵੰਡਿਆ ਜਾਵੇ ਤੇ ਸਾਹਿਬ ਕਹਿੰਦੇ ਉਸ ਖਜ਼ਾਨੇ ਦੇ ਨਾਲ ਆਪਣੀਆਂ ਝੋਲੀਆਂ ਜਿਹੜੀਆਂ ਨੇ ਉਹ ਭਰ ਲੈਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਖਜ਼ਾਨਾ ਏਡਾ ਮਹਾਨ ਹੈ। ਕਬੀਰ ਲੂਟਣਾ ਹੈ ਤੋ ਲੂਟ ਲੈ, RAM ਨਾਮ ਹੈ ਲੂਟ। ਕਹਿੰਦੇ ਜੇ ਲੁੱਟਣਾ ਹੀ ਆ ਤੇ ਫਿਰ ਇਸ ਖਜ਼ਾਨੇ ਨੂੰ ਲੁੱਟ, ਐਵੇਂ ਗਿਣਤੀ ਮਿਣਤੀ ਵਿੱਚ ਨਾ ਪਿਆ ਕਰ ਵੀ ਮੈਂ ਕਦੋਂ ਤੇ ਕਿੰਨੀ ਵਾਰ ਪਾਠ ਕਰਾਂ। ਜਦੋਂ ਤੇਰਾ ਸਮਾਂ ਲੱਗੇ, ਜਦੋਂ ਤੇਰਾ ਚਿੱਤ ਕਰੇ, ਸਹਿਜ ਪਾਠ ਆਰੰਭ ਕਰ, ਕੰਮ ਤੋਂ ਤੁਰਨ ਲੱਗਿਆਂ, ਕੰਮ ਤੋਂ ਆ ਕੇ ਜਦੋਂ ਚਿੱਤ ਕਰੇ, ਇਸ ਖਜ਼ਾਨੇ ਨੂੰ ਜਿੰਨਾ ਤੇਰੇ ਕੋਲ ਪ੍ਰਾਪਤ ਕੀਤਾ ਜਾਂਦਾ ਹੈ, ਇਸ ਖਜ਼ਾਨੇ ਦੇ ਵਿੱਚੋਂ ਲਾਹਾ ਪ੍ਰਾਪਤ ਕਰ। ਬਾਬਾ ਦੀਪ ਸਿੰਘ ਹੋਣਾ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਬਣ ਗਈ ਸੀ। ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਹੱਥੀਂ ਖਿਡਾ ਕੇ, ਲੋਰੀਆਂ ਦੇ ਕੇ ਬੜੇ ਲਾਡ ਲਡਾਏ ਸਨ। ਪਰ ਸਤਿਗੁਰਾਂ ਦਾ ਹੁਕਮ ਸੀ ਨਾ, ਅਜੇ 23 ਕੁ ਸਾਲ ਦੀ ਉਮਰ ਹੈ ਬਾਬਾ ਦੀਪ ਸਿੰਘ ਜੀ ਦੀ। 1682 ਦਾ ਉਹਨਾਂ ਦਾ ਜਨਮ ਹੈ
ਤੇ 1705 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਾਂ ਯੁੱਧਾਂ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਦੋਂ ਜਾ ਕੇ ਸ਼ਿਸ਼ੋਭਤ ਹੁੰਦੇ ਨੇ, ਉੱਥੇ ਫਿਰ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਤੇ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਲਾ ਕੇ ਕਲਮ ਪਕੜਾ ਕੇ ਗੁਰੂ ਕੀ ਬਾਣੀ ਨੂੰ ਲਿਖਣ ਦੀ ਸੇਵਾ ਬਖਸ਼ਿਸ਼ ਕਰਦੇ ਨੇ। ਬਾਬਾ ਦੀਪ ਸਿੰਘ ਜੀ ਜਿੱਥੇ ਦੇਗ ਤੇਗ ਦੇ ਧਨੀ ਸਨ, ਉੱਥੇ ਕਲਮ ਦੇ ਵੀ ਧਨੀ ਸਨ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਨ ਬਿਠੈ ਕੈ, ਗੁਰ ਨਾਨਕ ਕਾ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੇ। ਤੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਸੀ ਤੁਸੀਂ ਨਾਲ ਦੀ ਨਾਲ ਉਤਾਰੇ ਕਰਨੇ ਨੇ, ਕਿਉਂਕਿ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜਿੱਥੇ ਉਹ ਕਾਗਜ਼ ਧਨ ਹੈ, ਕਲਮ ਧਨ ਹੈ, ਸਿਆਹੀ ਧਨ ਹੈ, ਉੱਥੇ ਲਿਖਣ ਵਾਲਾ ਲਿਖਾਰੀ ਵੀ ਧਨਤਾ ਯੋਗ ਹੈ। ਬਾਬਾ ਦੀਪ ਸਿੰਘ ਜੀ ਨੇ 4 ਉਤਾਰੇ ਗੁਰਮੁਖੀ ਵਿੱਚ ਕੀਤੇ ਤੇ 1 ਉਤਾਰਾ ਅਰਬੀ ਦੇ ਵਿੱਚ ਕੀਤਾ। ਇਹਦਾ ਮਤਲਬ ਬਾਬਾ ਜੀ ਗੁਰਮੁਖੀ ਦੇ ਨਾਲ ਨਾਲ ਹੋਰ ਭਾਸ਼ਾਵਾਂ ਦੇ ਵੀ ਵਿਦਵਾਨ ਸਨ ਤੇ ਉਹ 4 ਉਤਾਰੇ 4 ਤਖਤਾਂ ਤੇ ਭੇਜੇ, ਕਿਉਂਕਿ ਆਨੰਦਪੁਰ ਸਾਹਿਬ ਅਜੇ ਸਤਿਗੁਰੂ ਜੀ ਛੱਡ ਕੇ ਆਏ ਸਨ। ਉੱਥੇ ਸਤਿਗੁਰਾਂ ਦਾ ਸਰੂਪ ਭੇਜਣਾ ਅਜੇ ਸੁਰੱਖਿਅਤ ਨਹੀਂ ਸੀ। ਬਾਕੀ 4 ਸਥਾਨਾਂ ਤੇ 1 ਅਕਾਲ ਬੁੰਗੇ 1 ਪਟਨੇ, ਤ੍ਰਿਤੀਏ ਹਜੂਰ ਦਿਓ ਹਿਤ ਪਠਨੇ, ਚਤਰਤ ਰੱਖਿਓ ਦਮਦਮੇ ਮਾਹੇ, ਜੇ 4 ਵੱਡ ਬਾਬੇ ਕਹਾਏ। ਇਹਨਾਂ 4 ਸਰੂਪਾਂ ਵਿੱਚੋਂ ਦਾਸ ਨੇ 3 ਪਾਵਨ ਸਰੂਪਾਂ ਦੇ ਦਰਸ਼ਨ ਕੀਤੇ ਨੇ। ਇੱਕ ਤੇ ਜਦੋਂ ਦਮਦਮਾ ਸਾਹਿਬ ਸੇਵਾ ਸੀ ਉਦੋਂ, ਇੱਕ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 300 ਸਾਲਾ ਮਨਾਇਆ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਤੋਂ ਨਗਰ ਕੀਰਤਨ ਆਏ ਉਦੋਂ ਦਰਸ਼ਨ ਕੀਤੇ, ਤੇ ਇੱਕ ਜਦੋਂ ਗੁਰਪੁਰਬਾਂ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲਾਓ ਸਜਦਾ ਹੈ ਤੇ ਉਦੋਂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਰਾਮਦਾਸ ਜੀ, ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਨਸ਼ੀਨੀ ਗੁਰਪੁਰਬ, ਇਹ 4 ਗੁਰਪੁਰਬਾਂ ਤੇ ਜਲਾਓ ਸਜਦਾ ਤੇ ਉਦੋਂ ਸੁਨਹਿਰੀ ਜਿਲਦ ਵਾਲੇ ਪਾਵਨ ਸਰੂਪ ਦਾ ਪ੍ਰਕਾਸ਼ ਹੁੰਦਾ ਹੈ। ਤੇ ਉਹ ਪਾਵਨ ਸਰੂਪ ਬਾਬਾ ਦੀਪ ਸਿੰਘ ਜੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜਿਆ ਗਿਆ ਸੀ। 1 ਅਕਾਲ ਬੁੰਗੇ 1 ਪਟਨੇ, ਤ੍ਰਿਤੀਏ ਹਜੂਰ ਦਿਓ ਹਿਤ ਪਟਨੇ, ਚਤਰਤ ਰੱਖਿਓ ਦਮਦਮੇ ਮਾਹੇ, ਜੇ 4 ਵੱਡ ਬਾਬੇ ਕਹਾਏ। ਜਦੋਂ ਬਾਬਾ ਦੀਪ ਸਿੰਘ ਜੀ ਚੜ੍ਹਦੀ ਜਵਾਨੀ ਵਿੱਚ ਨੇ, 23 ਸਾਲ ਦੀ ਉਮਰ ਹੈ, ਉਦੋਂ ਕਲਮ ਪਕੜਾ ਕੇ ਸੇਵਾ ਲਈ ਹੈ। ਤੇ ਵੇਖੋ ਜਦੋਂ ਉਹਨਾਂ ਨੇ 75 ਸਾਲ ਦੀ ਉਮਰ ਵਿੱਚ ਹੋਣਾ ਬਜ਼ੁਰਗ, ਤੇ ਉਦੋਂ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੇ ਖੰਡਾ ਖੜਕਾਉਣਾ, ਕਿਉਂਕਿ ਇਹ ਵੀ ਗੁਰੂ ਦੀ ਇੱਕ ਲੀਲਾ ਹੈ। ਭਾਈ ਗੁਰਦਾਸ ਜੀ ਵਰਗੇ ਮਹਾਨ ਵਿਦਵਾਨ, ਉਹਨਾਂ ਨੂੰ ਸਤਿਗੁਰੂ ਜੀ ਘੋੜਿਆਂ ਦੀ ਖਰੀਦੋ ਫਰੋਖਤ ਕਰਨ ਲਈ ਭੇਜਦੇ ਨੇ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ ਨੇ ਤੁਸੀਂ ਗੁਰਮਤਿ ਪ੍ਰਚਾਰ ਕਰਨ ਵਾਸਤੇ ਜਾਣਾ। ਬਾਬਾ ਬੁੱਢਾ ਸਾਹਿਬ ਜੀ ਨੇ 1 ਅੱਖਰ ਜਦੋਂ ਰਾਮਸਰ ਸਾਹਿਬ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ ਲਿਖਵਾਇਆ ਜਾ ਰਿਹਾ ਸੀ, 1 ਅੱਖਰ ਬਾਬਾ ਬੁੱਢਾ ਸਾਹਿਬ ਜੀ ਨੇ ਨਹੀਂ ਲਿਖਿਆ। ਪਰ 1 ਦਿਨ ਭਾਈ ਗੁਰਦਾਸ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਾਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ। 1 ਨੂੰ ਲਿਖਣ ਦੀ ਸੇਵਾ ਤੇ 1 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਖਾਸਨ ਸਾਹਿਬ ਕਰਨ ਦੀ ਸੇਵਾ ਬਖਸ਼ਿਸ਼ ਕੀਤੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਜੂਰ ਸਾਹਿਬ ਦੀ ਪਾਵਨ ਧਰਤੀ ਵੱਲ ਰਵਾਨਾ ਹੋਏ ਤੇ ਉਹਨਾਂ ਨੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਸਾਹਿਬ ਤੋਂ ਸਰਹੰਦ ਫਤਿਹ ਕਰਨ ਵਾਸਤੇ ਭੇਜਿਆ। ਨਾਲੇ ਹੁਕਮਨਾਮੇ ਦਿੱਤੇ ਜੋ ਦਿੱਲੀ ਤੋਂ ਅੱਗੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਰਨੈਲਾਂ ਦੇ ਨਾਮ, ਸਿੱਖ ਜਥੇਬੰਦੀਆਂ ਦੇ ਨਾਮ ਤੇ ਅੱਗੇ ਉਹਨਾਂ ਨੂੰ ਫਾਰਵਰਡ ਕੀਤਾ। ਬਾਬਾ ਦੀਪ ਸਿੰਘ ਜੀ ਆਪਣੇ ਜਥੇ ਨੂੰ ਨਾਲ ਲੈ ਕੇ ਜਿਹੜਾ ਚੱਪੜਚਿੜੀ ਦੇ ਮੈਦਾਨ ਵਿੱਚ ਯੁੱਧ ਹੋਇਆ ਸੀ ਸਰਹੰਦ ਨੂੰ ਫਤਿਹ ਕਰਨ ਵਾਸਤੇ, ਉਸ ਯੁੱਧ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਜੂਝ ਕੇ ਇਸ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲੜੀਆਂ ਗਈਆਂ ਧਰਮ ਜੰਗਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ। ਜਿੱਥੇ ਉਹ ਗੁਰਬਾਣੀ ਲਿਖਣ ਦੀ ਸੇਵਾ ਕਰਦੇ, ਉੱਥੇ ਸ਼ਹੀਦ ਮਿਸਲ ਦੇ ਮੁਖੀ ਜਥੇਦਾਰ ਬਣ ਕਰਕੇ ਉਹਨਾਂ ਨੂੰ ਸ਼ਹੀਦ ਹੋਣ ਤੋਂ ਪਹਿਲਾਂ ਹੀ
ਸ਼ਹੀਦ ਵਾਲਾ ਜਿਹੜਾ ਲਕਬ ਸੀ ਉਹ ਪ੍ਰਾਪਤ ਹੋ ਚੁੱਕਾ ਸੀ। ਬਾਬਾ ਦੀਪ ਸਿੰਘ ਜੀ ਸਮੇਂ-ਸਮੇਂ ਜਦੋਂ ਵੀ ਕਿਤੇ ਵੱਡੀਆਂ ਵੱਡੀਆਂ ਮੁਹਿੰਮਾਂ ਜਿਨ੍ਹਾਂ ਤੇ ਜਿੱਤ ਪ੍ਰਾਪਤ ਕਰਦਾ ਖਾਲਸਾ ਪੰਥ, ਉਹਨਾਂ ਜੰਗਾਂ ਯੁੱਧਾਂ ਵਿੱਚ ਜਾ ਕੇ ਉਚੇਚੇ ਤੌਰ ਤੇ ਉਹ ਸ਼ਾਮਲ ਹੁੰਦੇ ਸਨ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਵਾਰ-ਵਾਰ ਹਮਲੇ ਕੀਤੇ, ਕਿਉਂਕਿ ਅੱਜ ਆਪਾਂ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਤੇ ਮੈਂ ਸੰਖੇਪ ਵਿੱਚ ਅਰਜ਼ ਕਰਾਂ ਕਿ ਕਦੇ ਇੱਥੇ 1105 ਵਿੱਚ ਅਲਾਉਦੀਨ ਖਿਲਜੀ ਆਇਆ, ਕਦੇ ਮੁਹੰਮਦ ਗੌਰੀ ਆਇਆ, ਕਦੇ ਇੱਥੇ ਮੁਹੰਮਦ ਤੁਗਲਕ, ਕਦੇ ਇਬਰਾਹੀਮ ਖਾਨ ਲੋਧੀ, ਕਦੇ ਸਿਕੰਦਰ ਲੋਧੀ, ਕਦੇ ਬਾਬਰ, ਕਦੇ ਜਹਾਂਗੀਰ, ਕਦੇ ਇੱਥੇ ਔਰੰਗਜ਼ੇਬ ਇਹ ਭਾਰਤ ਨੂੰ ਆ ਕੇ ਲੁੱਟਦੇ ਰਹੇ। ਤੇ ਬਾਅਦ ਵਿੱਚ ਦੁਰਾਨੀ ਆਇਆ, ਅਬਦਾਲੀ ਆਇਆ, ਪਰ ਉਹਨਾਂ ਦਾ ਸਿੱਖ ਜਰਨੈਲਾਂ ਨੇ ਐਸੇ ਢੰਗ ਨਾਲ ਮੂੰਹ ਮੋੜਿਆ ਕਿ ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਬੇ ਨਾਦਰ ਤੁਝਸੇ ਡਰਤਾ ਥਾ, ਅਬਦਾਲੀ ਵੀ ਖਮ ਖਾਤਾ ਥਾ, तब तुझको एक लगन थी दुखियां का दर्द वंडाने की। पहले 4 हमलियां तक अबदाली केवल लाहौर तक रहा ते जदों 1756 ਨੂੰ 5ਵਾਂ ਹਮਲਾ ਉਹਨੇ ਦਿੱਲੀ ਤੱਕ ਕੀਤਾ ਤੇ ਦਿੱਲੀ ਤੱਕ ਉਹਨੇ ਖੂਬ ਲੁੱਟਮਾਰ ਕੀਤੀ, ਧਨ ਦੌਲਤ ਦਾ ਖਜ਼ਾਨਾ, ਇੱਥੇ ਤੱਕ ਕਿ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਤੇ ਨੌਜਵਾਨਾਂ ਨੂੰ ਗੁਲਾਮ ਬਣਾ ਕੇ ਉਹ ਆਪਣੇ ਦੇਸ਼ ਲਿਜਾਣ ਦੀ ਤਿਆਰੀ ਕਰ ਰਿਹਾ ਸੀ। ਤੇ ਜਦੋਂ ਵੀ ਲੋੜਵੰਦ ਪੁਕਾਰਦੇ ਸਨ ਤੇ ਉਹਨਾਂ ਦੀ ਆਵਾਜ਼ ਸਿੱਖ ਜਰਨੈਲਾਂ ਤੱਕ ਪਹੁੰਚਦੀ ਸੀ। ਬਾਬਾ ਦੀਪ ਸਿੰਘ ਜੀ ਦੇ ਸਮੇਤ ਸਿੱਖ ਜਰਨੈਲਾਂ ਨੇ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕਰਕੇ ਇੱਥੋਂ ਦੀ ਧਨ ਦੌਲਤ ਨੂੰ ਵਾਪਸ ਕਰਾ ਕੇ ਗਰੀਬਾਂ ਵਿੱਚ ਵੰਡਿਆ ਤੇ ਇੱਜ਼ਤ ਆਬਰੂ ਬਹੁ ਬੇਟੀਆਂ ਨੂੰ ਆਜ਼ਾਦ ਕਰਵਾ ਕੇ ਫਿਰ ਉਹਨਾਂ ਦੇ ਘਰਾਂ ਵਿੱਚ ਭੇਜਿਆ। ਤੇ ਜਿਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਸੀਂ ਆਪਣੀਆਂ ਬਹੁ ਬੇਟੀਆਂ ਵਾਪਸ ਨਹੀਂ ਲੈਣੀਆਂ, ਉਹਨਾਂ ਦਾ ਫਿਰ ਗੁਰਮਰਿਆਦਾ ਦੇ ਅਨੁਸਾਰ ਜਥਿਆਂ ਦੇ ਵਿੱਚ ਹੀ ਜਿਹੜਾ ਆਨੰਦ ਕਾਰਜ ਸੀ ਉਹ ਕਰਵਾ ਦਿੱਤਾ ਜਾਂਦਾ ਸੀ। ਜਦੋਂ ਇਸ ਤਰ੍ਹਾਂ ਦੀ ਹਾਲਤ ਬਣ ਗਈ ਕਿ ਅਬਦਾਲੀ ਵਰਗਿਆਂ ਨੂੰ, ਦੁਰਾਨੀ ਵਰਗਿਆਂ ਨੂੰ ਨੱਠਣਾ ਪਿਆ, ਸਭ ਕੁਝ ਛੱਡ ਕੇ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਕਿ ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋਂ ਨੇ, ਪੈ ਭੀਤ ਹੋਈ ਅਰ ਕਾਂਪ ਉਠੀ ਜੋ ਮਾਨਮਤੀ ਤੁਰਕਾਨੀ थी। पंजाब के बोले शाहद हैं जिसमें लटक रही लीरें, उस भाग रहे दुरानी की पोशाक जहां उलझानी थी। अहमद शाह अबदाली ਜਾਂਦਾ ਹੋਇਆ ਇਹ ਹੁਕਮ ਦੇ ਗਿਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ, ਲਾਹੌਰ ਦੇ ਸੂਬੇ ਜਹਾਨ ਖਾਨ, ਸੈਨਾਪਤੀ ਜਮਾਲ ਖਾਨ ਨੂੰ ਕਿ ਆਪਣੇ ਨਾਲ ਸੈਨਾ ਲਿਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਸਰੋਵਰ ਦੀ ਜਿੱਥੇ ਬੇਅਦਬੀ ਕੀਤੀ ਜਾਵੇ ਉੱਥੇ ਸਿੱਖਾਂ ਨੂੰ ਨੇਸ ਤੋਂ ਨਬੂਦ ਕਰਕੇ ਇਹਨਾਂ ਦਾ ਨਾਮੋ ਨਿਸ਼ਾਨ ਜਿਹੜਾ ਉਹ ਮਿਟਾ ਦਿੱਤਾ ਜਾਵੇ। ਇਹ ਖਬਰਾਂ ਜਦੋਂ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਜੀ ਨੂੰ ਮਿਲੀਆਂ, 75 ਸਾਲ ਦੀ ਉਮਰ, ਮੈਂ ਕਹਿੰਦਾ ਜੇ ਸਿੱਖੀ ਦਾ ਬੁਢਾਪਾ ਵੇਖਣਾ ਹੋਵੇ, ਅੱਜ ਜਦੋਂ ਸਾਡੇ ਬਜ਼ੁਰਗ ਆਰਕੈਸਟਰਾ ਨਾਲ ਨੱਚਦੇ ਨੇ ਨਾ, ਉਹਨਾਂ ਨੂੰ ਦੱਸਿਆ ਕਰੋ ਵੀ ਸਿੱਖੀ ਦਾ ਬੁਢਾਪਾ ਭਾਈ ਮਨੀ ਸਿੰਘ 95 ਸਾਲ, ਸਿੱਖੀ ਦਾ ਬੁਢਾਪਾ ਬਾਬਾ ਦੀਪ ਸਿੰਘ 75 ਸਾਲ, ਸਿੱਖੀ ਦੀ ਬਜ਼ੁਰਗੀ ਗੁਰੂ ਅਮਰਦਾਸ ਜੀ ਜਿਹੜੇ 95 ਸਾਲ ਤੱਕ ਉਹਨਾਂ ਨੇ ਗੁਰਮੁਖ ਬੁੱਢੇ ਕਦੇ ਨਾ ਹੀ ਜਿੰਨਾ ਅੰਤਰ ਸੁਰਤ ਗਿਆਨ। ਸਿੱਖੀ ਦਾ ਬਚਪਨ ਕੀ ਹੈ, ਸਿੱਖੀ ਦੀ ਜਵਾਨੀ ਕੀ ਹੈ, ਸਿੱਖੀ ਦਾ ਬੁਢਾਪਾ ਕੀ ਹੈ। ਜਦੋਂ ਬਾਬਾ ਦੀਪ ਸਿੰਘ ਜੀ ਦੇ ਡੌਲੇ ਫਰਕੇ, ਉਹਨਾਂ ਨੇ ਕਲਮ ਛੱਡ ਆਪਣੇ ਹੱਥਾਂ ਵਿੱਚ 18 ਸ਼ੇਰ ਦਾ 2 ਧਾਰਾ ਖੰਡਾ ਪਕੜਿਆ, ਪ੍ਰਣ ਕੀਤਾ। ਪ੍ਰਣ ਵੀ ਅਨੋਖਾ ਸੀ, ਲੋਕ ਪ੍ਰਣ ਕਰਦੇ ਨੇ ਵੀ ਜੇ ਸ਼ਾਮ ਤੱਕ ਆਹ ਕੰਮ ਨਾ ਹੋਇਆ ਤੇ ਮੈਂ ਮਰ ਜਾਵਾਂਗਾ, ਪਰ ਬਾਬਾ ਦੀਪ ਸਿੰਘ ਜੀ ਨੇ ਕਿਹਾ ਮੌਤ ਅਟਲ ਹੈ, ਮੈਂ ਉਦੋਂ ਤੱਕ ਜਿਉਂਦਾ ਰਵਾਂਗਾ ਜਦੋਂ ਤੱਕ ਮੈਂ ਆਪਣਾ ਪ੍ਰਣ ਨਹੀਂ ਪੂਰਾ ਕਰ ਲੈਂਦਾ। ਡਾਕਟਰ ਟਰੰਪ ਪ੍ਰਸਿੱਧ ਇਤਿਹਾਸਕਾਰ ਦੇ ਮੁਤਾਬਕ ਜਦੋਂ ਬਾਬਾ ਦੀਪ ਸਿੰਘ ਜੀ ਤੁਰੇ ਤੇ 500 ਦੇ ਕਰੀਬ ਸਿੱਖ ਸਿਪਾਹੀਆਂ ਦਾ ਜਥਾ ਸੀ। ਬੀਕਾਨੇਰ ਦੇ ਜੰਗਲਾਂ ਵਿੱਚੋਂ, ਲੱਖੀ ਜੰਗਲ, ਗੁਨਿਆਣਾ ਮੰਡੀ, ਬਠਿੰਡਾ, ਫਿਰੋਜ਼ਪੁਰ, ਆਨੰਦਪੁਰ ਸਾਹਿਬ, ਵੱਖ-ਵੱਖ ਇਲਾਕਿਆਂ ਵਿੱਚੋਂ ਸਿੱਖ ਬਾਬਾ ਜੀ ਦੇ ਜਥੇ ਵਿੱਚ ਆ ਕੇ ਸ਼ਾਮਲ ਹੋਏ ਤੇ ਤਰਨਤਾਰਨ ਸਾਹਿਬ ਦੇ ਮੁਕਾਮ ਤੱਕ ਪਹੁੰਚਦਿਆਂ ਇਹ 5000 ਦੇ ਵਿੱਚ ਤਬਦੀਲ ਹੋ ਗਿਆ। ਜਿੱਥੇ ਗੁਰਦੁਆਰਾ ਲਕੀਰ ਸਾਹਿਬ ਹੈ, ਉੱਥੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਨਾਲ ਲੀਕ ਖਿੱਚੀ ਕਿ ਜਿਨ੍ਹਾਂ ਨੂੰ ਧਰਮ ਪਿਆਰਾ ਹੈ ਉਹ ਲੀਕ ਤੋਂ ਅੱਗੇ ਆ ਜਾਣ, ਜਿਨ੍ਹਾਂ ਨੂੰ ਘਰ ਪਿਆਰਾ ਹੈ ਉਹ ਲੀਕ ਤੋਂ ਪਿੱਛੇ ਚਲੇ ਜਾਣ। ਕਿਹੋ ਜਿਹੇ ਹੋਣਗੇ ਬਾਬਾ ਦੀਪ ਸਿੰਘ ਜੀ ਜਰਨੈਲ,
ਕਹਿੰਦੇ ਇੱਕ ਵੀ ਸਿੱਖ ਜਿਹੜਾ ਸੀ ਉਹ ਲੀਕ ਤੋਂ ਪਿੱਛੇ ਨਹੀਂ ਰਿਹਾ। ਬਾਬਾ ਦੀਪ ਸਿੰਘ ਜੀ ਦਾ ਹੁਕਮ ਮੰਨ ਕੇ ਸਾਰੇ ਦਾ ਸਾਰਾ ਜਥਾ ਲੀਕ ਟੱਪ ਕੇ ਅੱਗੇ ਆ ਗਿਆ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ ਕਿ ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਚਰਨ ਸ਼ਰਨ ਜਗਤ ਚੱਲ ਆਵਈ। ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੈ ਸਿੱਖ, ਆਗਿਆ ਤਾਹੇ ਸਕਲ ਸੰਸਾਰੈ ਹਿਤਾਵਈ। ਸਤਿਗੁਰ ਪੂਜਾ ਸਤਿਗੁਰ ਸੇਵਾ ਭਾਏ ਪ੍ਰਾਣ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਵ ਲਿਵ ਲਾਵਈ। ਸਤਿਗੁਰ ਸੀਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕੀ ਸੀਖ ਸੁਨਤ ਪਰਮ ਪਦ ਪਾਵਈ। ਸਾਰੇ ਦੇ ਸਾਰੇ ਸਿੱਖ ਲੀਕ ਟੱਪ ਕੇ ਅੱਗੇ ਆ ਗਏ। ਉਧਰ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ, ਲਾਹੌਰ ਦਾ ਸੂਬਾ ਜਹਾਨ ਖਾਨ, ਤੈਮੂਰ ਸ਼ਾਹ ਤੇ ਜਿਹੜਾ ਜਮਾਲ ਸ਼ਾਹ ਸੀ, ਇਹ ਸੈਨਾ ਲੈ ਕੇ ਗੋਲਵਾੜ ਦੇ ਨੇੜੇ ਪਹੁੰਚ ਗਏ। ਕਹਿੰਦੇ ਬੜਾ ਘਮਸਾਨ ਦਾ ਯੁੱਧ ਹੋਇਆ, ਤਲਵਾਰਾਂ ਨਾਲ ਢਾਲਾਂ ਖੜਕੀਆਂ, ਤੀਰੋ ਤਫੰਗ ਚੱਲ ਰਹੇ ਸਨ। ਸਰਦਾਰ ਦਿਆਲ ਸਿੰਘ ਨੇ, ਜੋ ਬਾਬਾ ਦੀਪ ਸਿੰਘ ਜੀ ਦਾ ਸਾਥੀ ਸੀ, ਆਪਣੇ ਘੋੜੇ ਨੂੰ ਜਹਾਨ ਖਾਨ ਦੇ ਨੇੜੇ ਕੀਤਾ ਤੇ ਹਾਥੀ ਦੇ ਉੱਪਰ ਬੈਠ ਕੇ ਜਹਾਨ ਖਾਨ ਦਾ ਸਿਰ ਕੱਟਿਆ। ਇੱਧਰ ਬਾਬਾ ਦੀਪ ਸਿੰਘ ਜੀ ਸਿੱਖ ਕੌਮ ਦੇ ਜਰਨੈਲ ਤੇ ਉਧਰ ਮੁਸਲਮਾਨਾਂ ਦੇ ਜਰਨੈਲ ਜਮਾਲ ਸ਼ਾਹ। ਇਹਦੇ ਵਿੱਚ ਵਡਿਆਈ ਹੈ ਕਿ ਜਰਨੈਲ ਜਰਨੈਲ ਨਾਲ ਲੜਦਾ, ਭਾਵ ਸੂਬਾ ਜਹਾਨ ਖਾਨ ਜਿਹੜਾ ਉਹ ਐਵੇਂ ਆ ਜਿਵੇਂ ਮੁੱਖ ਮੰਤਰੀ ਹੁੰਦਾ, ਤੇ ਜਿਹੜਾ ਸੈਨਾਪਤੀ ਹੈ ਉਹ ਜਮਾਲ ਸ਼ਾਹ ਜਾਂ ਜਮਾਲ ਖਾਨ, ਦੋਵਾਂ ਦੇ ਨਾਮ ਆਪਸ ਵਿੱਚ ਰਲਦੇ ਨੇ। ਕਈ ਵਾਰ ਤਾਂ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਜਹਾਨ ਖਾਨ ਤੇ ਜਮਾਲ ਖਾਨ ਇੱਕੋ ਹੀ ਨੇ। ਨਹੀਂ, ਜਹਾਨ ਖਾਨ ਸੂਬਾ ਹੈ, ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਹੈ, ਤੇ ਸੈਨਾਪਤੀ ਜਿਹੜਾ ਜਮਾਲ ਖਾਨ, ਜਿਹਨੂੰ ਜਮਾਲ ਸ਼ਾਹ ਵੀ ਕਹਿੰਦੇ ਨੇ। ਜਦੋਂ ਬੜਾ ਭਿਆਨਕ ਯੁੱਧ ਲੜਿਆ ਜਾ ਰਿਹਾ ਸੀ, ਅਨੇਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਭਾਜੜਾਂ ਪਾ ਦਿੱਤੀਆਂ। ਉਧਰੋਂ ਤਾਜੀ ਕੁਮਕ ਹੋਰ ਲਾਹੌਰ ਵਾਲੇ ਪਾਸਿਓਂ ਭੇਜੀ ਗਈ। ਇੱਧਰ ਲੰਮਾ ਸਮਾਂ ਜੂਝਦਿਆਂ ਜਦੋਂ ਸਾਂਝਾ ਵਾਰ ਹੋਇਆ ਤੇ ਦੋਵਾਂ ਜਰਨੈਲਾਂ ਦੇ ਸੀਸ ਧੜ ਤੋਂ ਜੁਦਾ ਹੋ ਗਏ। ਕਹਿੰਦੇ ਉਦੋਂ ਮੌਤ ਨੇ ਹੋਣੀ ਨੇ ਵੀ ਵੰਗਾਰਿਆ, ਕਹਿਣ ਲੱਗੀ ਅਰਜਨ ਤੇ ਭੀਮ ਨਾ ਛੱਡੇ ਦਾਰਾ ਬਹਿਰਾਮ ਨਾ, ਇੱਥੇ ਤੇ ਜਰਾ ਸੰਦ ਜੇ ਲੈਂਦਾ ਕੋਈ ਨਾਮ ਨਾ। ਜੰਮਿਆ ਜੋ ਇਸ ਜੱਗ ਤੇ ਖਾਣਾ ਮੈਂ ਮਾਰ ਕੇ, ਛੱਡ ਦੇ ਤੂੰ ਦਾਈਏ ਦੀਪ ਸਿਆਂ ਜਾਵੇਂਗਾ ਹਾਰ ਕੇ। ਬੋਲੇ ਬਾਬਾ ਦੀਪ ਸਿੰਘ ਖੰਡਾ ਖੜਕਾਏ ਕੈ, ਕਰਨਾ ਮੈਂ ਸੀਸ ਚੜਾਵਾ ਅੰਮ੍ਰਿਤਸਰ ਜਾਏ ਕੈ। ਸਿੰਘਾਂ ਦਾ ਕੀਤਾ ਅਰਦਾਸਾ ਤੋੜ ਨਿਭ ਜਾਵੇਗਾ, ਕੀਤੇ ਪ੍ਰਣ ਤੋੜ ਨਿਭਣਗੇ। ਬਾਬਾ ਦੀਪ ਸਿੰਘ ਜੀ ਨੇ ਖੰਡਾ ਖੜਕਾਉਂਦੇ ਹੋਏ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਜਾ ਕੇ ਆਪਣਾ ਸੀਸ ਭੇਟ ਕੀਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਉਹ ਸ਼ਹੀਦ ਹੋ ਗਏ। ਇਹੋ ਜੀ ਸ਼ਹਾਦਤ ਨੂੰ ਵੇਖਦਿਆਂ ਇਹ ਕਹਿਣਾ ਬਣਦਾ, ਜੋ ਆਸ਼ਿਕ ਹੈ ਸ਼ਹਾਦਤ ਕੇ ਉਹ ਜੀਣਾ ਛੋੜ ਦੇਤੇ ਹੈ, खिलौना समझ कर जिस्म को खुशी से फोड़ देते हैं। ना ताजो तख्त ना हूरों की हसरत, खुदा खुदाई भी तो दे तो उसको मोड़ देते हैं। शहीद की जो मौत है वो कौम की हयात है, हयात तो हयात है वो मौत भी हयात है। सतगुरु कृपा करन ऐसे महान शहीद ਜਿਹੜੇ ਸਤਿਗੁਰੂ ਜੀ ਦੀ ਨਾਮ ਬਾਣੀ ਦੇ ਵਿੱਚ ਰੰਗੇ ਹੋਏ ਸਨ, ਹਰ ਪੱਖੋਂ ਜਿਨ੍ਹਾਂ ਦੀ ਸ਼ਖਸੀਅਤ ਬੜੀ ਮਹਾਨ ਸੀ। ਮੈਂ ਕਹਿੰਦਾ ਕਰੋੜਾਂ ਵਾਰ ਉਹਨਾਂ ਦੇ ਜੀਵਨ ਨੂੰ, ਉਹਨਾਂ ਦੀ ਸ਼ਹਾਦਤ ਨੂੰ ਆਪਾਂ ਪ੍ਰਣਾਮ ਕਰੀਏ ਤੇ ਥੋੜਾ, ਕਿਉਂਕਿ ਸੂਰੇ ਸੇ ਹੀ ਆਗੈ ਆਖੀਆਂ ਦਰਗਹਿ ਪਾਵੈ ਸਾਚੀ ਮਾਣੋ। ਉਹਨਾਂ ਦਾ ਮਰਨਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਕਬੂਲ ਹੋ ਜਾਂਦਾ ਹੈ, ਕਿਉਂਕਿ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਸੱਚਾ ਮਾਣ, ਸੱਚੀ ਵਡਿਆਈ ਜਿਹੜੀ ਹੈ ਉਹ ਪ੍ਰਾਪਤ ਕਰਦੇ ਨੇ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ ਉਚੇਚੇ ਤੌਰ ਤੇ ਸੰਤ ਅਮਰੀਕ ਸਿੰਘ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ, ਜਿਨ੍ਹਾਂ ਨੇ ਪਰਿਵਾਰਕ ਸਮਾਗਮ ਨੂੰ ਗੁਰਮਤਿ ਸਮਾਗਮ ਬਣਾ ਕੇ ਗੁਰੂ ਕੀ ਬਾਣੀ ਦਾ, ਗੁਰ ਇਤਿਹਾਸ ਦਾ ਜਿਹੜਾ ਖਜ਼ਾਨਾ ਹੈ ਇਹ ਵੰਡਣ ਦਾ ਉਪਰਾਲਾ ਕੀਤਾ। ਤੇ ਇਹਦੇ ਵਰਗਾ ਪੁੰਨੀ ਕੋਈ ਨਹੀਂ, ਕਿਉਂਕਿ ਜਦੋਂ ਗੁਰੂ ਕੀ ਬਾਣੀ ਦਾ ਖਜ਼ਾਨਾ ਆਪ ਵੀ ਵਰਤਾਂਗੇ ਤੇ ਦੂਸਰਿਆਂ ਨਾਲ ਵੀ ਸਾਂਝਾ ਕਰਾਂਗੇ, ਇਹ ਹੋਰ ਵੀ ਵੱਧਦਾ ਜਾਂਦਾ ਹੈ।
ਇਹਦੇ ਵਿੱਚ ਕਦੇ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਉਂਦੀ, ਕੋਈ ਕਮੀ ਨਹੀਂ ਆਉਂਦੀ। ਸਤਿਗੁਰੂ ਕਿਰਪਾ ਕਰਨ ਇਸ ਪਰਿਵਾਰ ਤੇ, ਇਸ ਘਰ ਤੇ, ਆਪ ਸਾਰੀਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਪ੍ਰਚਾਰ ਦੇ ਵਿੱਚ ਤੁਸੀਂ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੋ ਤੇ ਗੁਰੂ ਨਾਨਕ ਸਾਹਿਬ ਦੀ ਇਹ ਫੁਲਵਾੜੀ ਸਾਰੇ ਸੰਸਾਰ ਦੇ ਅੰਦਰ ਆਪਣੀ ਸੁਗੰਧੀ, ਆਪਣੀ ਖੁਸ਼ਬੂਈ ਵੰਡਦੀ ਰਵੇ। ਕਿਉਂਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਬਖਸ਼ਿਸ਼ ਕੀਤਾ ਹੈ, ਉਹ ਸਮੁੱਚੀ ਮਾਨਵਤਾ ਨੂੰ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਆਖਦਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਬੁਲਾਓ ਫਤਿਹ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ